ਛੋਟੀ ਛੋਟੀ ਚੀਜ਼ਾਂ ਸਰਕਾਰ ਨੇ ਕੀਤੀਆਂ ਹੈਗੀਆਂ। ਫੋਰ ਐਗਜ਼ਾਮਪਲ ਇੱਥੇ ਸਾਡੇ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਹੁੰਦਾ ਹੈਗਾ, ਉਹ ਪ੍ਰੋਪਰਟੀ ਟੈਕਸ ਨੂੰ ਡੈਫਰ ਕਰ ਦਿੱਤਾ ਗਿਆ ਹੈ, ਮੌਰਗੇਜ ਨੂੰ ਡੈਫਰ ਕਰ ਦਿੱਤੀ ਗਈ ਹੈਗੀ ਹੈ। ਇਸ ਤੋਂ ਇਲਾਵਾ ਬਿਜਲੀ ਦੇ ਰੇਟ ਘਟਾ ਕੇ ਦਿੱਤੇ ਗਏ ਨੇ। ਅਗਰ ਉਹਨਾਂ ਨੇ ਕਿਸੇ ਇੰਪਲੋਈ ਨੂੰ ਰੱਖਿਆ ਤੇ 75% ਉਹਨਾਂ ਦੀ ਸੈਲਰੀ ਗਵਰਨਮੈਂਟ ਵਾਪਸ ਕਰੇਗੀ। ਅਗਰ ਕਿਸੇ ਨੇ ਜਿਵੇਂ ਆਪਣੇ ਇੱਥੇ WSIB ਹੁੰਦਾ ਹੈਗਾ ਆਪਣਾ, ਜਦ ਬੰਦਾ ਕੋਈ ਕੰਮ ਕਰਦਾ ਹੈ ਉਹਨੂੰ ਅਗਰ ਸੱਟ ਲੱਗ ਜਾਂਦੀ ਹੈ ਤੇ ਗਵਰਨਮੈਂਟ ਉਹਨਾਂ ਨੂੰ ਪੇ ਕਰਦੀ ਹੈ, ਤੇ ਉਹਦਾ ਇੱਕ ਪ੍ਰੀਮੀਅਮ ਹੁੰਦਾ, ਇੰਸ਼ੋਰੈਂਸ ਦਾ ਪ੍ਰੀਮੀਅਮ ਹੁੰਦਾ। ਉਹ ਪ੍ਰੀਮੀਅਮ ਜਿਹੜਾ ਹੈਗਾ ਇਸ ਵਕਤ ਨਹੀਂ ਲਿੱਤਾ ਜਾ ਰਿਹਾ। ਕਿਸੇ ਬੱਚਾ ਤਿਆਰ ਨਹੀਂ ਹੈਗਾ ਆਉਣ ਵਾਸਤੇ ਇੱਥੇ, ਜਾਂ ਤੁਹਾਨੂੰ ਪਤਾ ਹੈ ਕਿ ਬੱਚੇ ਦੀ ਕੋਈ ਸੰਗਤ ਚੰਗੀ ਨਹੀਂ ਸੀਗੀ ਇੰਡੀਆ ਦੇ ਵਿੱਚ, ਔਰ ਤੁਹਾਨੂੰ ਉਸ ਚੀਜ਼ ਬਾਰੇ ਪਤਾ ਹੈਗਾ, ਔਰ ਤੁਹਾਨੂੰ ਜਾਂ ਇਹ ਪਤਾ ਹੈਗਾ ਕਿ ਉਹ ਹੋ ਸਕਦਾ ਹੈ ਉਸ ਸੰਗਤ ਨੂੰ ਕਿਤੇ ਉੱਥੇ ਨਾ ਮਿਲ ਜਾਏ ਇਹੋ ਜਿਹੀ ਸੰਗਤ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਥੋੜਾ ਜਿਹਾ ਇਹ ਸੋਚਣਾ ਚਾਹੀਦਾ ਹੈ। ਉਹਨੂੰ ਦੇਖੋ ਵੀ ਇੱਥੇ ਰਹਿਣ ਦਾ ਖਰਚਾ ਕਿੰਨਾ ਹੈਗਾ, ਖਾਣ ਦਾ ਖਰਚਾ ਕਿੰਨਾ ਹੈਗਾ, ਉਹਦੀ ਇੰਸ਼ੋਰੈਂਸ ਦਾ ਖਰਚਾ ਕਿੰਨਾ ਹੈਗਾ, ਉਹਦੀ ਇੱਥੇ ਦੀ ਫੀਸ ਕਿੰਨੀ ਹੈਗੀ ਹੈ। ਉਹਨੂੰ ਐਡ ਕਰਕੇ ਉਹਨੂੰ ਇਹ ਦੇਖਿਆ ਜਾਏ ਕਿ ਕਿਆ ਅੱਜ ਦੇ ਦਿਨ ਅਫੋਰਡ ਕਰ ਸਕਦੇ ਨੇ। ਅੱਜ ਮੇਰੇ ਕੋਲ ਟਿਊਸ਼ਨ ਫੀਸ ਵਾਸਤੇ ਪੈਸੇ ਹੈ ਨਹੀਂ, ਅੱਜ ਮੇਰੇ ਕੋਲ ਵਾਪਸ ਭੇਜਣ ਵਾਸਤੇ ਪੈਸੇ ਹੈ ਨਹੀਂ, ਅੱਜ ਮੇਰੇ ਕੋਲ ਰੋਟੀ ਖਾਣ ਵਾਸਤੇ ਪੈਸੇ ਹੈ ਨਹੀਂ, ਤੇ ਮੈਂ ਕੀ ਕਰਾਂ। ਉਹਨੂੰ ਉਹ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। 3 ਪ੍ਰੈਸ਼ਰ ਹੋਣੇ ਚਾਹੀਦੇ ਨੇ। ਪਹਿਲਾ ਪ੍ਰੈਸ਼ਰ ਹੋਣਾ ਚਾਹੀਦਾ ਕਿ ਵੀ ਮੈਨੂੰ ਮੇਰੇ ਪੇਰੈਂਟਸ ਨੇ ਇੰਨੀ ਮੁਸ਼ਕਿਲ ਨਾਲ ਇੱਥੇ ਭੇਜਿਆ, ਮੈਂ ਉਹਨਾਂ ਦਾ ਸਨਮਾਨ ਵਧਾਉਣਾ ਹੈਗਾ। ਪੇਰੈਂਟਸ ਨੂੰ ਇਹ ਰਿਕੁਐਸਟ ਹੈ, ਬੱਚੇ ਨੂੰ ਭੇਜਣ ਤੋਂ ਪਹਿਲਾਂ ਆਪਣੀ ਡਿਊਟੀ ਪੂਰੀ ਕਰਨ, ਚੈੱਕ ਕਰਨ, ਉਹਦੇ ਕੋਲ ਕੋਈ ਇਹੋ ਜਿਹੀ ਕਮੀ ਨਾ ਹੋਵੇ ਕਿ ਉਹਨੂੰ ਇਹ 3 ਚੀਜ਼ਾਂ ਤੋਂ ਬਾਹਰ ਕੁਝ ਵੀ ਸੋਚਣਾ ਪਏ। ਕਿ ਇੱਥੋਂ ਗਰਲਸ ਜਿਹੜੀਆਂ ਆਪਣੇ ਉੱਥੋਂ ਗਰਲਸ ਆ ਜਾਂਦੀਆਂ ਨੇ, ਉਹਨਾਂ ਵਿਚਾਰੀਆਂ ਕੋਲ ਜੌਬ ਨਹੀਂ ਹੁੰਦੀ, ਉਹਨਾਂ ਵਿਚਾਰੀਆਂ ਕੋਲ ਰੋਟੀ ਨਹੀਂ ਹੁੰਦੀ, ਉਹਨਾਂ ਵਿਚਾਰੀਆਂ ਕੋਲ ਜਗ੍ਹਾ ਰਹਿਣ ਨੂੰ ਨਹੀਂ ਹੁੰਦੀ, ਫਿਰ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈਗਾ। ਇਹ ਬਹੁਤ ਮੰਦਭਾਗੀ ਗੱਲ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਸਿੰਘ ਗਰੇਵਾਲ, ਡੇਲੀ ਪੋਸਟ ਪੰਜਾਬੀ ਵਿੱਚ ਸਵਾਗਤ ਹੈ ਜੀ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕੁਝ ਬਿਜ਼ਨਸ ਨੂੰ ਲੈ ਕੇ, ਕੁਝ ਘਟਨਾਵਾਂ ਨੂੰ ਲੈ ਕੇ ਹੈ। ਸੋ ਅਸੀਂ ਤੁਹਾਨੂੰ ਅੱਜ ਰੂਬਰੂ ਕਰਾਉਣ ਜਾ ਰਹੇ ਹਾਂ ਮਿਸੀਸਾਗਾ ਮਾਲਟਨ ਤੋਂ MPP ਦੀਪਕ ਆਨੰਦ ਜੀ ਨਾਲ। ਸੋ ਦੀਪਕ ਜੀ ਨੂੰ ਪੁੱਛਾਂਗੇ ਉਹਨਾਂ ਦੀ ਸਰਕਾਰ ਸੂਬੇ ਦੇ ਵਿੱਚ ਕੀ ਕੀ ਕਰ ਰਹੀ ਹੈ ਔਰ ਫੈਡਰਲ ਦੇ ਵਿੱਚ ਕੀ ਕੀ ਚੱਲ ਰਿਹਾ। ਸੋ ਦੀਪਕ ਜੀ, ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਭਿੰਦਰ ਭਾਜੀ। ਐਂਡ ਸਾਡੇ ਤਾਂ ਇਸ ਵਕਤ ਦਿਨ ਦੇ ਦੁਪਹਿਰ ਦਾ ਟਾਈਮ ਹੋਇਆ, ਪਰ ਤੁਸੀਂ ਇੰਨੀ ਰਾਤ ਨੂੰ ਇਸ ਡਿਊਟੀ ਤੇ ਡਟੇ ਹੋਏ ਹੋ, ਉਸ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਆਮ ਤੌਰ ਤੇ ਤੁਸੀਂ ਤੇ ਮੈਂ ਜ਼ਰੂਰ ਕੈਮਰੇ ਤੇ ਦਿਸਦੇ ਹੈਗੇ ਆ, ਪਰ ਅਸੀਂ ਕੰਮ ਨਹੀਂ ਕਰ ਸਕਦੇ ਜਦ ਤੱਕ ਸਾਡੇ ਕੋਲ ਸਪੋਰਟ ਨਾ ਹੋਏ ਪਿੱਛੇ। ਤੇ ਜਿਹੜੇ ਤੁਹਾਡੇ ਕੈਮਰਾਮੈਨ ਨੇ, ਤੁਹਾਡਾ ਪੂਰਾ ਕਰੂ ਹੈ, ਉਹ ਵੀ ਤੁਹਾਡੇ ਨਾਲ ਜਾਗ ਰਹੇ ਨੇ ਉਸ ਡਿਊਟੀ ਨੂੰ ਨਿਭਾਉਣ ਵਾਸਤੇ। ਥਰੂ ਯੂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਸੋ ਦੀਪਕ ਜੀ, ਸਟਾਰਟਿੰਗ ਤੋਂ ਪਹਿਲਾਂ ਅੱਜ ਦਾ ਦੱਸੋ ਵੀ ਅੱਜ ਦੀ ਕੀ ਸਥਿਤੀ ਹੈ ਜੀ ਕਰੋਨਾ ਦੀ, ਜਿਹੜੀ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ। ਤੇ ਭੁਪਿੰਦਰ ਭਾਜੀ, ਅੱਜ ਦੇ ਦਿਨ ਜਿਹੜੀ ਕਰੋਨਾ ਦੀ ਗੱਲ ਕਰੀਏ, ਸਥਿਤੀ ਜਿਹੜੀ ਹੈਗੀ ਹੈ ਇਹ ਹਾਫ ਗੁੱਡ ਹੈ, ਹਾਫ ਬੈਡ ਹੈ। ਮੈਂ ਜਦ ਕਹਿੰਦਾ ਵੀ ਅੱਧੀ ਠੀਕ ਹੈ ਤੇ ਅੱਧੀ ਮਾੜੀ ਹੈ, ਉਹ ਇਸ ਕਰਕੇ ਕਹਿੰਦਾ ਕਿ ਜਿਹੜੇ ਸਾਡੇ ਡਾਕਟਰਸ ਨੇ, ਪਬਲਿਕ ਹੈਲਥ ਯੂਨਿਟ ਵਾਲੇ, ਉਹਨਾਂ ਨੇ ਸਾਨੂੰ ਇੱਕ ਚੈਲੰਜ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਨੰਬਰ ਨੇ, ਜੇ ਅਸੀਂ ਜਿਹੜੀ ਨੰਬਰ ਆਫ ਇਨਕਰੀਜ਼ ਆਫ ਕੇਸਿਸ ਹੈਗੀਆਂ ਉਹ 7.5% ਤੋਂ ਜੇ ਜ਼ਿਆਦਾ ਹੁੰਦੀਆਂ ਨੇ ਤੇ ਸਾਡੀ ਸਰਕਾਰ ਤੋਂ ਇਹ ਸੰਭਾਲ ਨਹੀਂ ਹੋਣਗੀਆਂ। ਜੇ 7.5 ਤੋਂ ਥੱਲੇ ਹੁੰਦੀਆਂ ਨੇ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਸੰਭਾਲ ਸਕਦੇ ਹੈਗੇ ਆ। ਸਾਨੂੰ ਕੋਈ ਮਤਲਬ ਵੀ ਇਹੋ ਜਿਹੀ ਵੱਡੀ ਪ੍ਰੋਬਲਮ ਨਹੀਂ ਆਏਗੀ ਵੀ ਅਸੀਂ ਮੈਨੇਜ ਨਹੀਂ ਕਰ ਸਕਦੇ। ਸੋ ਚੰਗੀ ਗੱਲ ਇਹ ਹੈ ਜੀ ਕਿ ਅੱਜ ਦੇ ਦਿਨ ਜਿਹੜਾ ਤੁਸੀਂ ਡੇਟਾ ਦੀ ਗੱਲ ਕਰੀਏ ਤੇ ਰਫਲੀ 5% ਦੇ ਕਰੀਬ ਇਹ ਕੇਸ ਵਧੇ ਨੇ। ਸੋ ਵਿਚ ਇਜ਼ ਮਚ ਲੈਸ ਦੈਨ ਆਪਣਾ 7.5% ਤੋਂ। ਸੋ ਇਹ ਚੰਗੀ ਗੱਲ ਹੈਗੀ ਹੈ, ਪਰ ਮਾੜੀ ਗੱਲ ਇਹ ਹੈਗੀ ਕਿ ਹਲੇ ਵੀ 5% ਵਧੇ ਨੇ ਜੀ। ਮਤਲਬ ਅੱਗੇ ਨਾਲੋਂ ਸਥਿਤੀ, ਜਿਵੇਂ ਮਰੀਜ਼, ਜਿਵੇਂ ਆਪਾਂ ਪਿੱਛੇ ਤੋਂ ਦੇਖਿਆ ਜਾਵੇ ਜੀ, 2 ਵੀਕ ਆਪਾਂ ਪਹਿਲਾਂ ਦੇਖੀਏ ਤੇ ਅੱਜ ਦੇ ਵਿੱਚ ਜਿਹੜੇ ਮਰੀਜ਼ ਆਉਣ ਦੀ ਜਾਂ ਡੈਥ ਦੀ, ਇਹਦੇ ਚ ਕਿੰਨੀ ਪਰਸੈਂਟੇਜ ਜਿਹੜੀ ਘਟੀ ਆ ਤੇ ਵਧੀ ਆ? ਇਹ ਪਹਿਲਾਂ ਅਪਰੋਕਸੀਮੇਟਲੀ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਸੀ 6.7 6.5% ਰਹੀ ਸੀਗੀ, ਤੇ ਅੱਜ ਦੇ ਦਿਨ ਅਪਰੋਕਸੀਮੇਟਲੀ 4.95% ਹੈਗੀ ਹੈ, ਤੇ ਇਹ ਘਟੀ ਹੈਗੀ ਹੈ। ਪਰ ਅਗੇਨ ਇਹਦਾ ਜਿਹੜਾ ਸ਼੍ਰੇ ਹੈਗਾ, ਇਹਦਾ ਜਿਹੜਾ ਹੈਗਾ ਕ੍ਰੈਡਿਟ ਹੈਗਾ, ਉਹ ਜਾਂਦਾ ਹੈਗਾ ਲੋਕਾਂ ਨੂੰ, ਜਿਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਕਾਇਮ ਰੱਖੀ, ਜਿਨ੍ਹਾਂ ਨੇ ਇਹ ਸੈਕਰੀਫਾਈਸ ਕੀਤਾ, ਔਰ ਉਹ ਸੈਕਰੀਫਾਈਸ ਸਦਕੇ
ਉਹ ਸਪਰੈਡ ਨਹੀਂ ਹੋਇਆ ਹੈਗਾ ਵਾਇਰਸ ਆਪਣਾ। ਸੋ ਅਗਰ ਆਪਾਂ ਨਾਰਮਲ ਡੇ ਟੂ ਡੇ ਗੱਲ ਕਰੀਏ ਤੇ ਜੇ ਇੱਕ ਬੰਦੇ ਨੂੰ ਵਾਇਰਸ ਦਿੰਦਾ ਹੈਗਾ, ਮੀਨਸ ਜੇ 100 ਬੰਦੇ ਠੀਕ ਹੋ ਰਹੇ ਨੇ ਤੇ 100 ਐਡ ਹੋ ਰਹੇ ਤੇ ਉਹ ਨੰਬਰ ਨਹੀਂ ਚੇਂਜ ਹੁੰਦਾ ਹੈਗਾ। ਅੱਜ ਦੇ ਦਿਨ ਵੀ ਹਲੇ ਵੀ ਨੰਬਰ ਚੇਂਜ ਹੋ ਰਿਹਾ ਹੈਗਾ, ਪਰ ਉਹ ਓਨੀ ਸਪੀਡ ਨਾਲ ਨਹੀਂ ਹੋ ਰਿਹਾ ਜਿਹਦੇ ਨਾਲ ਸਾਨੂੰ ਖਤਰਾ ਹੋਵੇ ਜੀ। ਤੇ ਦੀਪ ਜੀ ਇੱਕ ਪਿੱਛੇ ਜੇ ਮਤਲਬ ਨਰਸਾਂ ਕੰਨੀਓ ਕਿਹਾ ਗਿਆ ਸੀ ਹਸਪੀਟਲਾਂ ਦੇ ਵਿੱਚ ਬਈ ਮਾਸਕ ਤੇ ਪੀਪੀਈ ਕਿੱਟ ਵਗੈਰਾ ਦੀ ਥੋੜੀ ਕਮੀ ਹੈ। ਉਸ ਤਰੀਕੇ ਨਾਲ ਆਪਾਂ ਯੂਐਸਏ ਨੂੰ ਵੀ ਕਿਹਾ ਗਿਆ ਸੀ, ਕਿਉਂਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਸਪਲਾਈ ਰੋਕ ਦਿੱਤੀ ਸੀ, ਕਿਉਂਕਿ ਉੱਥੇ ਵੀ ਥੋੜੀ ਘਾਟ ਸੀਗੀ। ਉਹਦਾ ਹੁਣ ਕਿੱਦਾਂ ਚੱਲ ਰਿਹਾ ਜੀ, ਕਿੱਥੇ ਤੱਕ ਉਹਦੇ ਚ ਹੁਣ ਪਹੁੰਚਿਆ ਜੀ? ਇਨਕਰੀਜ਼ ਹੋਇਆ ਕਿ ਹਲੇ ਵੀ ਉੱਥੇ ਹੀ ਖੜਾ ਜੀ ਸਾਰਾ? ਭੁਪਿੰਦਰ ਭਾਜੀ, ਹੁਣ ਜਿਵੇਂ ਆਪਾਂ ਨੂੰ ਪਤਾ ਹੈਗਾ ਕਿ ਆਪਣੇ ਵੈਦਰ ਵਾਲੇ ਡਿਪਾਰਟਮੈਂਟ ਕਹਿੰਦਾ ਹੈਗਾ ਕਿ ਕੱਲ ਨੂੰ ਝੱਖੜ ਆਏਗਾ, ਕੱਲ ਨੂੰ ਮੀਂਹ ਪਏਗਾ, ਕੱਲ ਨੂੰ ਪਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਕੱਲ ਨੂੰ ਕੀ ਹੋਣਾ ਹੈਗਾ, ਪਰ ਸਾਨੂੰ ਇਹ ਪਤਾ ਹੈ ਕਿ ਡੇਟਾ ਦੇ ਬੇਸ ਨਾਲ, ਸਾਇੰਸ ਦੇ ਬੇਸ ਦੇ ਉੱਤੇ, ਉਹਨਾਂ ਦੇ ਐਕਸਪੀਰੀਅੰਸ ਦੇ ਬੇਸ ਤੇ ਜੇ ਉਹ ਕਹਿ ਰਹੇ ਨੇ ਤੇ ਉਹ ਹੋਏਗਾ। ਸੋ ਠੀਕ ਉਸੇ ਤਰੀਕੇ ਨਾਲ ਪੂਰੀ ਦੁਨੀਆ ਜਦ ਇਹ ਮਹਾਮਾਰੀ ਆਈ, ਇਹਦੇ ਵਿੱਚ ਆਪਾਂ ਗੱਲ ਕਰੀਏ ਜਿਹੜੀ ਸਵਾਬ ਹੈਗੀ, ਜਿਹੜੀ ਅਸੀਂ ਕਿੱਟ ਯੂਜ਼ ਕਰਦੇ ਹਾਂ, ਜਿਹੜੀ ਨੱਕ ਦੇ ਵਿੱਚ ਅਸੀਂ ਕਿੱਟ ਪਾਉਂਦੇ ਹੈਗੇ, ਉਹਦੇ ਨਾਲ ਸਾਡਾ ਟੈਸਟ ਹੁੰਦਾ ਹੈਗਾ, ਉਹ ਇਟਲੀ ਵਿੱਚ ਬਣਦੇ ਸੀਗੇ। ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਟਲੀ ਵਿੱਚ ਇਹ ਮਹਾਮਾਰੀ ਨੇ ਬਹੁਤ ਜ਼ਿਆਦਾ ਮਾੜਾ ਹਾਲ ਕੀਤਾ ਹੈਗਾ ਜੀ। ਔਰ ਦੂਸਰੇ ਪੱਖੋਂ ਅਗਰ ਮਾਸਕ ਦੀ ਗੱਲ ਕਰੀਏ, ਉਹ ਮਾਸਕ ਮੇਨਲੀ ਯੂਐਸਏ ਦੇ ਵਿੱਚ ਬਣਦੇ ਸੀਗੇ ਜੀ। ਹੁਣ ਆਮ ਤੌਰ ਤੇ ਤੁਹਾਨੂੰ ਵੀ ਪਤਾ ਹੈ ਕਿ ਜਦ ਸਾਰੇ ਡਰੇ ਹੋਏ ਸੀਗੇ, ਸਾਨੂੰ ਪਤਾ ਸੀ, ਸਾਰਿਆਂ ਦੇ ਹੈਲਥ ਯੂਨਿਟ ਵਾਲੇ ਕਹਿ ਰਹੇ ਸੀ ਜੀ ਵੀ ਆਪਾਂ ਨੂੰ ਪ੍ਰਿਪੇਅਰ ਹੋਣਾ ਪੈਣਾ, ਜਿਹੜਾ ਅੱਗੇ ਸਟਾਰਮ ਆਣਾ ਹੈਗਾ। ਔਰ ਇਹ ਨਾਰਮਲ ਜੀ ਚੀਜ਼ ਹੈ, ਜਦ ਕਦੀ ਤੁਹਾਡੇ ਸਟਾਰਮ ਆਏਗਾ, ਤੁਸੀਂ ਪਹਿਲਾਂ ਆਪਣੇ ਘਰ ਦੀ ਗਰੋਸਰੀ ਕਰੋਗੇ, ਆਪਣੇ ਘਰ ਦੇ ਛੱਤਾਂ ਨੂੰ ਪੈਚ ਕਰੋਗੇ ਰਾਦਰ ਦੈਨ ਗੋਇੰਗ ਟੂ ਦ ਨੇਬਰਸ। ਸੋ ਉਸ ਪੱਖੋਂ ਸਾਰੇ ਜਿਹੜੇ ਸੀ ਡਰੇ ਹੋਏ ਸੀਗੇ, ਔਰ ਉਹ ਡਰ ਦੇ ਕਰਕੇ ਹਰ ਕੰਟਰੀ ਚਾਹੁੰਦੀ ਸੀ ਕਿ ਪਹਿਲਾਂ ਆਪਣੇ ਬੰਦਿਆਂ ਵਾਸਤੇ ਸਮਾਨ ਰੱਖੀਏ, ਉਸ ਤੋਂ ਬਾਅਦ ਅਸੀਂ ਦੂਜਿਆਂ ਨੂੰ ਦਈਏ। ਹੈਵਿੰਗ ਸੈਡ ਦੈਟ, ਅੱਜ ਦੇ ਦਿਨ ਅਗੇਨ ਪਰਮਾਤਮਾ ਦਾ ਸ਼ੁਕਰ ਹੈ, ਲੋਕਾਂ ਦਾ ਸ਼ੁਕਰ ਹੈਗਾ, ਉਹ ਉਹਨਾਂ ਝੱਖੜ ਜਿੰਨਾ ਅਸੀਂ ਸੋਚਿਆ ਸੀ ਉਹ ਨਹੀਂ ਆਇਆ, ਉਹ ਨੰਬਰ ਉਹਨਾਂ ਨਹੀਂ ਸੀਗਾ। ਔਰ ਇਸ ਕਰਕੇ ਜਿਹੜੀ ਪੀਪੀਈ ਦੀ ਗੱਲ ਕਰੀਏ, ਵੀ ਵਿਲ ਨਾਟ ਸੇ ਕਿ ਵੀ ਇੰਨਾ ਹੈਗਾ ਕਿ ਵੀ ਸਾਡੇ ਕੋਲ ਭੰਡਾਰ ਭਰੇ ਹੋਏ ਨੇ, ਪਰ ਹਾਂ ਇੰਨਾ ਜ਼ਰੂਰ ਹੈਗਾ ਕਿ ਸਾਡੇ ਕੋਲ ਕਿਸੇ ਚੀਜ਼ ਦੀ ਥੋੜ ਨਹੀਂ ਹੈਗੀ। ਅੱਜ ਦੇ ਦਿਨ ਵੀ ਹੈਵ ਸਫੀਸ਼ੀਐਂਟ ਪੀਪੀਈਜ਼, ਔਰ ਅਗਰ ਪ੍ਰਮਾਤਮਾ ਤੇ ਲੋਕਾਂ ਦਾ ਸਾਥ ਰਹੇਗਾ, ਅਗਰ ਇਹ ਨੰਬਰ ਨਹੀਂ ਅੱਗੇ ਵੱਧਦਾ, ਤੇ ਮੈਂ ਕੌਨਫੀਡੈਂਟਲੀ ਕਹਿ ਸਕਦਾ ਕਿ ਸਾਡੇ ਕੋਲ ਅੱਜ ਦੇ ਦਿਨ ਕੋਈ ਥੋੜ ਨਹੀਂ ਹੈਗੀ। ਤੇ ਹੁਣ ਅਗਲੀ ਗੱਲ ਆਪਾਂ ਬਿਜ਼ਨਸ ਦੀ ਕਰਦੇ ਹਾਂ ਜੀ। ਤੇ ਓਨਟਾਰੀਓ ਸੂਬਾ ਜਿਹੜਾ ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸਟੇਟ ਮੰਨੀ ਜਾਂਦੀ ਹੈ ਜੀ। ਤੋ ਜਿਹੜਾ ਦਿਨ ਪਰ ਦਿਨ ਜੇ ਲੋਕਡਾਊਨ ਵੱਧਦਾ ਜਾ ਰਿਹਾ ਜੀ, ਉਹਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਨੇ, ਜਿਹਦੇ ਵਿੱਚ ਚਾਹੇ ਉਹ ਕਿਸੇ ਨੇ ਰੈਂਟ ਤੇ ਦਿੱਤਾ ਜਾਂ ਕਿਸੇ ਨੇ ਰੈਂਟ ਤੇ ਸ਼ਾਪ ਲਈ ਹੈ, ਪਲੱਸ ਜਿਨ੍ਹਾਂ ਦੇ ਛੋਟੇ ਬਿਜ਼ਨਸ ਨੇ, ਉਹ ਦਿਨੋਂ ਦਿਨ ਕਿਉਂਕਿ ਲੋਕਡਾਊਨ ਦੇ ਦੌਰਾਨ ਸਾਰੇ ਬੰਦ ਨੇ ਜੀ, ਉਹਨਾਂ ਦਾ ਕਿਵੇਂ ਸਰਵਾਈਵ ਕਰ ਰਿਹਾ? ਹਾਲਾਂਕਿ ਗੌਰਮੈਂਟ ਨੇ ਪੈਕੇਜ ਦਿੱਤੇ ਆ ਜੀ, ਪਰ ਉਹ ਕਹਿੰਦੇ ਵੀ ਅਸੀਂ ਮਤਲਬ ਇਸ ਪੈਕੇਜ ਦੇ ਨਾਲ ਅਸੀਂ ਸਰਵਾਈਵ ਨਹੀਂ ਕਰ ਸਕਦੇ। ਇਹਦੇ ਬਾਰੇ ਗੌਰਮੈਂਟ ਕੁਝ ਕਰ ਰਹੀ ਹੈ ਜੀ? ਬਿਲਕੁਲ ਕਰ ਰਹੀ ਭੁਪਿੰਦਰ ਭਾਜੀ। ਐਵੇਂ ਜਿਵੇਂ ਤੁਸੀਂ ਆਪ ਹੀ ਆਪਣੇ ਆਪ ਕਿਹਾ ਹੈਗਾ, ਇਹ ਵੀ ਆਰ ਗੋਇੰਗ ਥਰੂ ਅ ਟਫ ਟਾਈਮ। ਟਫ ਦਾ ਵਰਡ ਦਾ ਮਤਲਬ ਇਹ ਹੈਗਾ ਵੀ ਔਖੀ ਘੜੀ। ਹੁਣ ਔਖੀ ਘੜੀ ਕੋਈ ਅੱਖਰ ਨਹੀਂ ਹੈਗਾ, ਕਿ ਔਖੀ ਘੜੀ ਇੱਕ ਸਰਕਮਸਟਾਂਸ ਹੈਗਾ। ਤੁਸੀਂ ਬੜੀ ਸੋਹਣੀ ਗੱਲ ਕੀਤੀ, ਜਿਵੇਂ ਬੈਂਕੁਏਟ ਹਾਲ ਨੇ, ਬੈਂਕੁਏਟ ਹਾਲ ਬੰਦ ਨੇ ਅੱਜ ਦੇ ਦਿਨ, ਪਰ ਉਹਨਾਂ ਨੂੰ ਰੈਂਟ ਤਾਂ ਦੇਣਾ ਪੈ ਰਿਹਾ, ਮੌਰਗੇਜ ਦੇਣੀ ਪੈ ਰਹੀ ਹੈ। ਤਾਂ ਛੋਟੀ ਛੋਟੀ ਚੀਜ਼ਾਂ ਸਰਕਾਰ ਨੇ ਕੀਤੀਆਂ ਹੈਗੀਆਂ। ਫੋਰ ਐਗਜ਼ਾਮਪਲ, ਇੱਥੇ ਸਾਡੇ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਹੁੰਦਾ ਹੈਗਾ, ਉਹ ਪ੍ਰੋਪਰਟੀ ਟੈਕਸ ਨੂੰ ਡੈਫਰ ਕਰ ਦਿੱਤਾ ਗਿਆ ਹੈ, ਮੌਰਗੇਜ ਨੂੰ ਡੈਫਰ ਕਰ ਦਿੱਤੀ ਗਈ ਹੈਗੀ ਹੈ। ਇਸ ਤੋਂ ਇਲਾਵਾ ਬਿਜਲੀ ਦੇ ਰੇਟ ਘਟਾ ਕੇ ਦਿੱਤੇ ਗਏ ਨੇ। ਅਗਰ ਉਹਨਾਂ ਨੇ ਕਿਸੇ ਇੰਪਲੋਈ ਨੂੰ ਰੱਖਿਆ ਤੇ 75% ਉਹਨਾਂ ਦੀ ਸੈਲਰੀ ਗਵਰਨਮੈਂਟ ਵਾਪਸ ਕਰੇਗੀ। ਅਗਰ ਕਿਸੇ ਨੇ, ਜਿਵੇਂ ਆਪਣੇ ਇੱਥੇ WSIB ਹੁੰਦਾ ਹੈਗਾ ਆਪਣਾ, ਜਦ ਬੰਦਾ ਕੋਈ ਕੰਮ ਕਰਦਾ ਹੈ, ਉਹਨੂੰ ਅਗਰ ਸੱਟ ਲੱਗ ਜਾਂਦੀ ਹੈ ਤੇ ਗਵਰਨਮੈਂਟ ਉਹਨਾਂ ਨੂੰ ਪੇ ਕਰਦੀ ਹੈ, ਤੇ ਉਹਦਾ ਇੱਕ ਪ੍ਰੀਮੀਅਮ ਹੁੰਦਾ, ਇੰਸ਼ੋਰੈਂਸ ਦਾ ਪ੍ਰੀਮੀਅਮ ਹੁੰਦਾ, ਉਹ ਪ੍ਰੀਮੀਅਮ ਜਿਹੜਾ ਹੈਗਾ ਇਸ ਵਕਤ ਨਹੀਂ ਲਿੱਤਾ ਜਾ ਰਿਹਾ, ਉਹ ਵੀ ਡੈਫਰ ਕਰ ਦਿੱਤਾ ਗਿਆ। ਸੋ ਹਰ ਤਰੀਕੇ ਦੇ ਟੈਕਸ ਨੂੰ ਡੈਫਰ ਕੀਤਾ ਗਿਆ, ਤਾਂ ਕਿ ਜੇ ਤੁਸੀਂ ਜੋ ਵੀ ਥੋੜੀ ਬਹੁਤ ਕਮਾਈ ਹੈਗੀ ਤੁਹਾਡੀ, ਉਹ ਤੁਹਾਡੀ ਜੇਬ 'ਚ ਦੇ, ਤੇ ਉਸ ਨਾਲ ਤੁਸੀਂ ਯੂਟੀਲਾਈਜ਼ ਕਰਕੇ ਆਪਣਾ ਕੰਮ ਚਲਾਉਂਦੇ ਰਹੋ। ਸੋ ਦਿਸ ਇਜ਼ ਵਨ ਥਿੰਗ। ਜੇ ਕਿਸੇ ਨੇ 5000 ਤੋਂ ਜ਼ਿਆਦਾ ਇਨਕਮ ਸ਼ੋਅ ਕੀਤੀ ਹੈ ਪਿਛਲੇ ਸਾਲ ਦੇ ਵਿੱਚ, ਉਹਨਾਂ ਨੂੰ $2000 ਪਰ ਪਰਸਨ ਦੇ ਹਿਸਾਬ ਨਾਲ, ਅਗੇਨ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਵੱਡਾ ਅਮਾਊਂਟ ਹੈਗਾ, ਪਰ ਇਹ ਇੰਨਾ ਕੁ ਅਮਾਊਂਟ ਹੈਗਾ ਕਿ ਤੁਸੀਂ ਆਪਣਾ ਬੱਚਿਆਂ ਦਾ ਖਿਆਲ ਕਰ ਸਕਦੇ ਹੋ, ਰੋਟੀ ਪਾਣੀ ਦਾ ਖਿਆਲ ਕਰ ਸਕਦੇ ਹੋ। ਜੇ ਤੁਹਾਡੇ ਬੱਚੇ ਨੇ 12 ਸਾਲ ਤੋਂ ਛੋਟੇ,
ਤੇ $200 ਸਾਨੂੰ ਪ੍ਰੋਵਿੰਸ ਦੀ ਸਰਕਾਰ ਦੇ ਰਹੀ ਹੈ, $250 ਤੁਹਾਨੂੰ ਆਪਣੀ ਅਗਰ ਉਹਨਾਂ ਦੇ ਵਿੱਚ ਕੋਈ ਡਿਸੇਬਿਲਿਟੀ ਹੈਗੀ ਹੈ, ਔਰ $300 ਸਰਕਾਰ ਤੁਹਾਡੀ ਫੈਡਰਲ ਦੇ ਰਹੀ ਹੈ। ਸੋ ਹਰ ਪੱਖੋਂ ਹਰ ਲੈਵਲ ਦੀ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਥਰੂ ਦ ਸੋਸ਼ਲ ਰਿਲੀਫ ਪ੍ਰੋਗਰਾਮ ਭਾਵੇਂ ਬਹੁਤਾ ਨਾ ਸੀ, ਥੋੜਾ ਥੋੜਾ ਕਰਕੇ ਇੱਕ ਸਪੋਰਟ ਕੀਤੀ ਜਾਏ, ਇੰਨੀ ਕੁ ਸਪੋਰਟ ਕੀਤੀ ਜਾਏ ਕਿ ਜੇ ਤੁਹਾਨੂੰ ਨੀਡ ਹੈਗੀ ਹੈ ਤਾਂ ਤੁਸੀਂ ਰਿਸਪੈਕਟਫੁਲੀ ਉਸ ਨੀਡ ਨੂੰ ਫੁਲਫਿਲ ਕਰ ਸਕੋ ਜੀ। ਤੇ ਇਹਦੇ ਵਿੱਚ ਜਿਹੜੇ ਸਟੂਡੈਂਟ ਨੇ, ਜਿਹੜੇ ਆਪਣੇ ਫੋਰਨਰ ਸਟੂਡੈਂਟ ਨੇ, ਜਿਹੜੇ ਇੰਡੀਆ ਤੋਂ ਆਏ ਨੇ ਜਾਂ ਚਾਈਨਾ ਤੋਂ ਜਾਂ ਕਿੱਥੋਂ ਵੀ ਹੋਰ ਆਏ ਨੇ, ਉਹਨਾਂ ਦਾ ਜੀ ਬੜਾ ਤੁਹਾਨੂੰ ਪਤਾ, ਵੈਸੇ ਪਹਿਲਾਂ ਹੀ ਉਹਨਾਂ ਨੂੰ 20 ਆਵਰਸ ਮਿਲਦੇ ਨੇ ਕੰਮ ਕਰਨ ਲਈ, ਔਰ ਕਿਸੇ ਕੋਲੇ ਤਾਂ ਕੰਮ ਹੀ ਨਹੀਂ ਹੁੰਦਾ, ਕਿਸੇ ਕੋਲੇ ਪਾਰਟ ਟਾਈਮ ਚੱਲ ਰਿਹਾ ਹੁੰਦਾ, ਤੇ ਉਹਨਾਂ ਦਾ ਗਵਰਨਮੈਂਟ ਉਹਨਾਂ ਲਈ ਕੀ ਅਰੇਂਜਮੈਂਟ ਹੋਇਆ ਜੀ? ਦੇਖੋ ਭੁਪਿੰਦਰ ਭਾਜੀ, ਆਪਾਂ ਜਦ ਕਹਿੰਦੇ ਆ ਨਾ ਕਿ ਕੈਨੇਡਾ ਇੱਕ ਬਹੁਤ ਸੋਹਣਾ ਮੁਲਕ ਹੈ ਔਰ ਇਸ ਕਰਕੇ ਲੋਕੀ ਇੱਥੇ ਆਉਣਾ ਚਾਹੁੰਦੇ ਨੇ, ਉਹ ਇਹ ਨਹੀਂ ਹੈਗਾ ਕਿ ਖਾਲੀ ਇੱਥੇ ਦੀ ਵੈਦਰ ਚੰਗੀ ਹੈਗੀ ਹੈ, ਇੱਥੇ ਪਾਣੀ ਹੈਗਾ ਸੋਹਣਾ, ਇੱਥੇ ਪੋਲਿਊਸ਼ਨ ਘੱਟ ਹੈ, ਇੱਥੇ ਜ਼ਮੀਨ ਜ਼ਿਆਦਾ ਨਹੀਂ, ਇਸ ਕਰਕੇ ਵੀ ਲੋਕੀ ਆਉਣਾ ਚਾਹੁੰਦੇ ਨੇ ਕਿਉਂਕਿ ਇੱਥੇ ਦੀ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਚੰਗੀ ਹੈਗੀ ਹੈ, ਇੱਥੇ ਦੇ ਲੋਕ ਬੜੇ ਚੰਗੇ ਨੇ, ਕਮਿਊਨਿਟੀ ਐਜ਼ ਹੋਲ ਬਹੁਤ ਚੰਗੀ ਹੈਗੀ, ਉਹਦੇ ਬੜੇ ਸੋਹਣੇ ਐਗਜ਼ਾਮਪਲ ਦੇਖਣ ਨੂੰ ਆਪਾਂ ਨੂੰ ਮਿਲ ਰਹੇ ਨੇ। ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਗੱਲ ਤੁਸੀਂ ਕੀਤੀ ਹੈਗੀ, ਐਟ ਦੀ ਐਂਡ ਆਫ ਦ ਡੇ ਦੇਅਰ ਆਰ ਕਿਡਸ ਆਲਸੋ, ਉਹ ਵੀ ਬੱਚੇ ਨੇ, ਜਿਵੇਂ ਸਾਡੇ ਬੱਚੇ ਨੇ ਉਹ ਵੀ ਉਹ ਬੱਚੇ ਨੇ, ਤੇ ਸਾਡਾ ਇੱਕ ਫਰਜ਼ ਵੀ ਬਣ ਜਾਂਦਾ ਹੈਗਾ ਕਿ ਸਾਰੇ ਬੱਚਿਆਂ ਦਾ ਅਸੀਂ ਖਿਆਲ ਰੱਖੀਏ। ਸੋ ਪਹਿਲੀ ਗੱਲ ਇਹ ਕੀਤੀ ਗਈ ਹੈ ਕਿ ਜਿਹੜੀ ਹੈਲਥ ਹੈਗੀ ਹੈ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਈ ਆਏ ਨੇ, ਉਹਨਾਂ ਦੀ ਆਪਣਾ ਵਰਕ ਪਰਮਿਟ ਤੇ ਚਲੇ ਜਾਂਦੇ ਨੇ ਤੇ ਉਹਨਾਂ ਕੋਲ ਹੈਲਥ ਜਿਹੜੀ ਇੰਸ਼ੋਰੈਂਸ ਨਹੀਂ ਹੁੰਦੀ ਜੀ, ਮਹਾਮਾਰੀ ਦੇ ਵਿੱਚ ਉਹਨਾਂ ਤੋਂ ਕੋਈ ਨਹੀਂ ਪੁੱਛਿਆ ਜਾਏਗਾ, ਉਸ ਕਦੀ ਵੀ ਹਸਪੀਟਲ ਜਾ ਕੇ ਪ੍ਰੋਪਰ ਹੈਲਥ, ਜਿਹੜੀ ਮੈਨੂੰ ਅੱਜ ਦੇ ਦਿਨ ਫੈਸਿਲਿਟੀ ਮਿਲੀ ਹੈ, ਸੇਮ ਫੈਸਿਲਿਟੀ ਉਹਨਾਂ ਕੋਲ ਹੈਗੀ ਹੈ ਹੈਲਥ ਦੀ, ਉਹਨਾਂ ਨੂੰ ਕੁਝ ਨਹੀਂ ਪੇ ਕਰਨਾ ਪਏਗਾ। ਉਹਨਾਂ ਕੋਲ ਨਹੀਂ ਇੰਸ਼ੋਰੈਂਸ ਹੈਗੀ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ, ਉਹਨਾਂ ਨੂੰ ਨਹੀਂ ਪੇ ਕਰਨਾ ਪਰ ਇਹ ਜ਼ਰੂਰ ਮੈਂ ਕੌਸ਼ਨ ਕਰਾਂਗਾ ਕਿ ਜੇ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੈਗੀ, ਮੈਂ ਉਹਨਾਂ ਨੂੰ ਸੁਜੈਸਟ ਕਰਾਂਗਾ ਦੇ ਸ਼ੁੱਡ ਗੋ ਬਾਏ ਦ ਇੰਸ਼ੋਰੈਂਸ। ਦ ਰੀਜ਼ਨ ਫॉर दैट ਇਜ਼ ਕਿ ਇਹ ਪਰਮਾਨੈਂਟ ਨਹੀਂ ਹੈਗੀ, ਔਰ ਜਦ ਐਮਰਜੈਂਸੀ ਉਤਰੇਗੀ ਉਸ ਵਕਤ ਅਗਰ ਉਹਨਾਂ ਨੂੰ ਕੋਈ ਕੰਡੀਸ਼ਨ ਹੈਗੀ ਹੈ, ਅਗਰ ਉਹਨਾਂ ਨੂੰ ਕੋਈ ਐਸਥਮਾ ਜਾਂ ਉਹਨਾਂ ਨੂੰ ਕੋਈ ਖਾਂਸੀ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਹੈਗੀ ਤਾਂ ਉਹ ਕਵਰਡ ਨਹੀਂ ਹੋਏਗੀ ਉਸ ਵਕਤ। ਸੋ ਇਟ ਇਜ਼ ਬੈਟਰ ਦੇ ਸ਼ੁੱਡ ਟੇਕ ਦੈਟ ਨਾਓ, ਸੋ ਦੈਟ ਉਹ ਵੀ ਕਮਿਊਨਿਟੀ ਦੇ ਉੱਤੇ ਬੋਝ ਨਾ ਬਣਨ, ਉਹ ਵੀ ਸੁਸਾਇਟੀ ਦੇ ਉੱਤੇ ਬੋਝ ਨਾ ਬਣਨ। ਸੋ ਉਹ ਹੈਲਥ ਫ੍ਰੀ ਹੈ ਜੀ ਉਹਨਾਂ ਵਾਸਤੇ। ਉਹਨਾਂ ਨੇ ਅਗਰ 5000 ਤੋਂ ਜ਼ਿਆਦਾ ਕਮਾਇਆ ਤੇ ਉਹਨਾਂ ਨੂੰ $2000 ਪਰ ਮੰਥ ਦੇ ਹਿਸਾਬ ਨਾਲ ਅਗਲੇ 4 ਮਹੀਨੇ ਮਿਲਣਗੇ। ਅਗਰ ਉਹ ਆਪਣੀ ਐਸੈਂਸ਼ੀਅਲ ਬਿਜ਼ਨੈਸਿਸ ਜਿਵੇਂ ਕਿ ਆਪਣਾ ਹੈਲਥ ਕੇਅਰ ਹੋ ਗਿਆ, ਜਿਹੜੀ ਕਿ ਅੱਜ ਦੇ ਦਿਨ ਬਹੁਤ ਜ਼ਰੂਰੀ ਹੈਗੀ ਹੈ, ਲੌਂਗ ਟਰਮ ਕੇਅਰ ਹੋ ਗਿਆ, ਉਹਨਾਂ 'ਚ ਕੰਮ ਕਰਦੇ ਨੇ ਤਾਂ ਉਹਨਾਂ ਤੇ 20 ਘੰਟੇ ਦਾ ਜਿਹੜਾ ਰੂਲ ਹੈਗਾ ਨਹੀਂ ਲਾਗੂ ਹੋਏਗਾ। ਦੇ ਕੈਨ ਵਰਕ ਫॉर ਮੋਰ ਦੈਨ 20 ਆਵਰਸ। ਐਂਡ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਹੁਣ ਸਕੂਲ 'ਚ ਜਾਣਾ ਹੈਗਾ, ਅਗਰ ਉਹ ਫਿਜ਼ੀਕਲੀ ਸਕੂਲ 'ਚ ਨਹੀਂ ਜਾ ਪਾਉਂਦੇ ਤੇ ਉਹ ਆਨਲਾਈਨ ਕਲਾਸਾਂ ਲੈਣਗੇ, ਔਰ ਆਨਲਾਈਨ ਕਲਾਸਾਂ ਨੂੰ ਵੀ ਇਸੇ ਤਰੀਕੇ ਨਾਲ ਗਿਣਿਆ ਜਾਏਗਾ ਐਜ਼ ਇਫ ਦੇ ਵਰ ਇਨ ਦ ਕਲਾਸਰੂਮ। ਸੋ ਇਹ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਕੋਲ ਜਿਨ੍ਹਾਂ ਕੋਲ ਰੋਟੀ ਪਾਣੀ ਨਹੀਂ ਹੈਗੀ, ਥੈਂਕਸ ਟੂ ਆਲ ਦੀ ਆਰਗੇਨਾਈਜੇਸ਼ਨ, ਸੇਵਾ ਫੂਡ ਬੈਂਕ ਹੋ ਗਿਆ, ਸਾਈਦਾਮ ਫੂਡ ਬੈਂਕ ਹੋ ਗਿਆ, ਆਪਣੇ ਗੁਜਰਾਤੀਆਂ ਦੇ ਫੂਡ ਬੈਂਕ ਹੈਗੇ ਹੁਣ, ਇਸ ਤੋਂ ਇਲਾਵਾ ਆਪਣਾ ਸਿੱਖ ਖਾਲਸਾ ਏਡ ਹੈ, ਯੂਨਾਈਟਿਡ ਸਿੱਖ ਨੇ। ਸੋ ਪੂਰੀ ਕਮਿਊਨਿਟੀ ਐਵੇਂ ਲੱਗ ਰਿਹਾ ਜਿਵੇਂ ਬਾਹਰ ਆ ਕੇ ਖੁਦ ਅੱਗੇ ਵੱਧ ਚੜ ਕੇ ਕਹਿ ਰਹੀ ਹੈਗੀ ਕਿ ਵੀ ਆਰ ਹੀਅਰ ਟੂ ਹੈਲਪ। ਸੋ ਪੂਰੀ ਮਦਦ ਕਰ ਰਹੇ ਨੇ। ਸੋ ਉਸ ਪੱਖੋਂ ਫੂਡ ਦੀ ਕੋਈ ਇਹੋ ਜਿਹੀ ਇਸ਼ੂ ਨਹੀਂ ਹੈਗੀ ਹੈ। ਸੋ ਓਵਰਆਲ ਦੇਖਿਆ ਜਾਏ ਤੇ I think we are able to give them the respect that they deserve to stay in the country. ਪਰ ਅਗਰ ਉਸ ਤੋਂ ਬਾਅਦ ਵੀ ਅਗਰ ਕੋਈ ਨਹੀਂ ਹੈਗਾ, they are more than welcome to reach out to our office and we are here to help ਜੀ। ਟਰੱਕਿੰਗ ਇੰਡਸਟਰੀ ਨੂੰ ਲਿਆ ਜਾਵੇ ਜੀ, ਜਿਵੇਂ ਟਰੱਕਿੰਗ ਇੰਡਸਟਰੀ ਵੀ ਫਰੰਟ ਲਾਈਨ ਦੇ ਉੱਪਰ ਕੰਮ ਕਰ ਰਹੀ ਹੈ। ਮੇਰੀ ਕੱਲ੍ਹ ਹੀ ਇੱਕ ਦੋ ਬਿਜ਼ਨਸਮੈਨ ਹੈ, ਉਹਨਾਂ ਨਾਲ ਗੱਲ ਹੋਈ ਸੀ ਤੇ ਉਹਨਾਂ ਦਾ ਇਹ ਕਹਿਣਾ ਵੀ ਜਿਹੜੀ ਫੈਡਰਲ ਗਵਰਨਮੈਂਟ ਨੇ ਜਿਵੇਂ ਆਮ ਨਾਗਰਿਕ ਨੂੰ $2000 $500 ਏ ਵੀਕ, ਔਰ ਜੇ ਕੋਈ ਸਮਾਲ ਬਿਜ਼ਨਸ ਹੈ ਜਾਂ ਬਿਗ ਬਿਜ਼ਨਸ ਹੈ 40,000 ਦਾ ਲੋਨ ਦਿੱਤਾ ਜੀ ਉਹਨਾਂ ਨੂੰ, ਜਿਹਦੇ ਵਿੱਚ ਉਹ ਕਹਿੰਦੇ ਵੀ 2 ਸਾਲ ਤੱਕ ਤੁਸੀਂ ਯੂਜ਼ ਕਰ ਲਓ, ਜੇ ਤੁਹਾਨੂੰ ਲੋੜ ਹੈ ਤੇ ਉਹ ਤੁਸੀਂ ਵਾਪਸ ਬਾਅਦ ਚੋਂ ਕਰ ਸਕਦੇ ਹੋ ਵੀ ਵਿਦਆਊਟ ਐਨੀ ਇੰਟਰਸਟ, ਵਿਦਆਊਟ ਐਨੀ। ਇਹ ਗਵਰਨਮੈਂਟ ਕੰਨਿਓ ਉਹਨਾਂ ਨੂੰ ਜੀ ਪ੍ਰੋਵਾਈਡ ਕੀਤਾ ਗਿਆ। ਪਰ ਉਹਨਾਂ ਦੀ ਸਮੱਸਿਆ ਇਹ ਹੈ ਵੀ ਇੱਕ ਜਿਹੜਾ ਛੋਟਾ ਸਮਾਲ ਬਿਜ਼ਨਸ ਆ ਜੀ, ਉਹ ਇੱਕ $20,000 ਜਾਂ $50,000 ਦੀ ਕਮਾਈ ਕਰਦਾ, ਉਹਦਾ ਟੈਕਸ ਭਰਦਾ। ਅਸੀਂ $1 ਮਿਲੀਅਨ $2 ਮਿਲੀਅਨ ਦੀ ਕਮਾਈ ਕਰਦੇ ਹਾਂ ਤੇ ਟੈਕਸ ਭਰਦੇ ਹਾਂ, ਔਰ ਉਹਦੇ ਨਾਲ ਸਾਡੇ ਖਰਚੇ ਵੀ ਜ਼ਿਆਦਾ ਨੇ, ਐਕਸਪੈਂਸਿਸ ਜਿੰਨੇ ਵੀ ਉਹਨਾਂ ਦੇ, ਚਾਹੇ ਉਹ ਰਿਪੇਅਰ ਨੂੰ ਲੈ ਕੇ, ਚਾਹੇ ਇੰਸ਼ੋਰੈਂਸ ਲੈ ਕੇ, ਕਿਸੇ ਵੀ ਤਰ੍ਹਾਂ ਦਾ ਹੋਵੇ। ਉਹ ਕਹਿੰਦੇ ਵੀ ਗੌਰਮੈਂਟ ਨੇ ਇੱਕੇ ਰੱਸੇ ਸਭ ਨੂੰ ਬੰਨ੍ਹ ਲਿਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ,
ਦੇਖੋ ਇਹ ਗਵਰਨਮੈਂਟ ਨੇ ਜਦ ਵੀ ਕੋਈ ਪਾਲਿਸੀ ਬਣਾਉਣੀ ਹੁੰਦੀ ਹੈ, ਪਹਿਲੀ ਗੱਲ ਤੇ ਇਹ ਫੈਡਰਲ ਗਵਰਨਮੈਂਟ ਦਾ ਹੈਗਾ। ਮੇਰੀ ਜ਼ਿਆਦਾ ਉਹਦੇ 'ਚ ਇਨਵੋਲਵਮੈਂਟ ਨਹੀਂ ਹੈਗੀ, ਪਰ ਮੈਂ ਆਪਣੇ ਤੌਰ ਤੇ ਐਗਜ਼ਾਮਪਲ ਦੇ ਸਕਦਾ। ਜਦ ਵੀ ਅਸੀਂ ਕੋਈ ਵੀ ਪਾਲਿਸੀ ਬਣਾਉਂਦੇ ਹੈਗੇ ਆ, ਉਹ ਪਾਲਿਸੀ ਇਸ ਕ੍ਰਾਈਟੇਰੀਆਸ ਨਾਲ ਬਣਾਈ ਜਾਂਦੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਹੋ ਸਕੇ। ਇਹਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਉਹਦੇ 'ਚ ਇੱਕ ਹੋਰ ਵੀ ਹੈਗਾ, ਜੇ ਉਹ ਬਾਏ 2022 ਤੱਕ ਅਗਰ ਉਹ ਲੋਨ ਵਾਪਸ ਕਰ ਦਿੰਦੇ ਨੇ, ਤੇ ਜਿਵੇਂ ਉਹਨਾਂ ਨੂੰ 40,000 ਲੋਨ ਮਿਲਿਆ ਤਾਂ ਉਹਨਾਂ ਨੂੰ 10,000 ਮਾਫ ਵੀ ਕੀਤਾ ਜਾਏਗਾ। ਤਾਂ ਪ੍ਰੈਕਟੀਕਲੀ ਦੇਖਿਆ ਜਾਏ ਤੇ ਉਹਨਾਂ ਨੂੰ 30,000 ਹੀ ਵਾਪਸ ਕਰਨਾ ਪਏਗਾ। ਸੋ ਇਨ ਅਦਰ ਵਰਡਸ, ਇਹਨੂੰ ਅਗਰ ਇਹ ਕਹੀਏ ਕਿ ਅਗਰ ਉਹ ਡਿਸਿਪਲਿਨ ਨਾਲ ਵਾਪਸ ਕਰਦੇ ਨੇ, ਇਹ ਉਹ ਲੋਨ ਨਹੀਂ, ਫਿਰ ਤੇ ਗ੍ਰਾਂਟ ਹੋ ਗਈ ਇੱਕ ਤਰੀਕੇ ਦੀ ਜੀ। ਠੀਕ ਹੈ ਨਾ ਜੀ। ਤੁਹਾਡਾ ਕੁਐਸਚਨ ਇਹ ਸੀ ਵੀ ਜੇ ਮੰਨ ਲਓ ਕਿਸੇ ਦੀ 1.5 ਮਿਲੀਅਨ 2 ਮਿਲੀਅਨ ਹੈਗੀ ਹੈ ਰੈਵਨਿਊ ਔਰ ਜਾਂ ਪੇਰੋਲ ਹੈਗੀ ਹੈ, ਕਿਉਂ ਸਰਕਾਰ ਉਹਨਾਂ ਨੂੰ ਬਹੁਤ ਛੋਟਾ ਲੋਨ ਦੇ ਰਹੀ ਹੈ ਕੰਪੇਅਰ ਟੂ ਜਦ ਛੋਟੇ ਤੁਹਾਡੀ ਰੈਵਨਿਊ ਹੈਗੀ। ਇਹ ਪਹਿਲਾਂ ਐਕਚੁਅਲੀ 40,000 ਦਾ ਸੀਗਾ, 50,000 ਦਾ ਅਗਰ ਪੇਰੋਲ ਹੋਵੇ ਤਾਂ 40,000 ਤੁਹਾਨੂੰ ਮਿਲਦਾ ਸੀਗਾ। ਬਟ ਵੈਨ ਪੀਪਲ ਕੇਮ ਫਾਰਵਰਡ, ਲੋਕਾਂ ਨੇ ਕਿਹਾ ਜੀ ਵੀ ਸਾਡੀ ਮਦਦ ਨਹੀਂ ਹੋ ਪਾ ਰਹੀ ਕਿਉਂਕਿ ਅਸੀਂ ਉਹ ਕੁਆਲੀਫਾਈ ਨਹੀਂ ਕਰ ਪਾ ਰਹੇ 50,000, ਤੇ ਐਕਚੁਅਲੀ ਉਹ ਰਿਡਿਊਸ ਕਰਕੇ 20,000 ਕਰ ਦਿੱਤਾ ਗਿਆ। ਸੋ ਇਟਸ ਬਾਈ ਡੂਇੰਗ ਦਿਸ ਕਿ ਇਹ ਬਹੁਤੇ ਲੋਕਾਂ ਦੀ ਮਦਦ ਹੋ ਸਕੇ, ਇਹ ਕੀਤਾ ਗਿਆ। ਔਰ ਕਿਤੇ ਨਾ ਕਿਤੇ ਭੁਪਿੰਦਰ ਭਾਜੀ ਇਹ ਦੇਖਣ 'ਚ ਆਏਗਾ ਕਿ ਜਿਹੜੇ ਬੰਦੇ ਦੀ 1.5-2 ਮਿਲੀਅਨ ਪਹਿਲਾਂ ਤੋਂ ਪੇਰੋਲ ਹੁੰਦੀ ਸੀਗੀ, ਉਸ ਦੀ ਉਹਦੇ ਪ੍ਰੋਫਿਟ ਵੀ ਉਸ ਹਿਸਾਬ ਨਾਲ ਹੋਣਗੇ ਕਿ ਉਹ ਸਸਟੇਨ ਕਰ ਸਕਦੇ ਨੇ। ਔਰ ਹਲੇ ਵੀ ਅਗਰ ਜਿਹੜੇ ਉਹ ਕੰਮ ਤੇ ਜਿਹੜਾ ਲੋਕਾਂ ਨੂੰ ਬੁਲਾ ਰਹੇ ਨੇ, ਡੋਂਟ ਫੋਰਗੇਟ ਕਿ 75% ਜਿਹੜੀ ਵੇਜ ਸਬਸਿਡੀ ਉਹ ਵਾਪਸ ਉਹਨਾਂ ਨੂੰ ਆ ਰਹੀ ਹੈ। ਜਿਹੜੀ ਚੀਜ਼ ਨੂੰ ਪਹਿਲਾਂ ਉਹਨਾਂ ਨੂੰ ਕਾਸਟ ਕਰਦੀ ਸੀ ਮੰਨ ਲਓ $20 ਦੇ ਵਿੱਚ ਕੋਈ ਇੰਪਲੋਈ, ਅੱਜ ਦੇ ਦਿਨ ਉਹਨਾਂ ਨੂੰ $5 ਚ ਇੰਪਲੋਈ ਕਾਸਟ ਕਰ ਰਿਹਾ ਹੈਗਾ। ਸੋ ਉਹਦੇ ਕਰਕੇ ਵੀ ਉਹਨਾਂ ਦਾ ਕੈਸ਼ ਫਲੋ ਚੰਗਾ ਹੋ ਜਾਏਗਾ, ਕਿਉਂਕਿ ਜਿਹੜੀ ਅੰਟੈਰੀਓ ਸੂਬੇ ਦੀ ਜਿਹੜੀ ਸਰਕਾਰ ਨੇ ਆਪਣੇ ਸਾਰੇ ਟੈਕਸ ਡੈਫਰਲ ਕਰ ਦਿੱਤੇ ਨੇ, ਉਸ ਕਰਕੇ ਵੀ ਕੈਸ਼ ਫਲੋ ਹੋ ਜਾਏਗਾ। ਤਾਂ ਜਿੰਨੀ ਵੱਡੀ ਕੰਪਨੀ ਹੈਗੀ ਹੈ ਉਹਨਾਂ ਦਾ ਕੈਸ਼ ਫਲੋ ਐਕਚੁਅਲੀ ਮਚ ਈਜ਼ੀਅਰ ਹੋ ਜਾਂਦਾ ਹੈਗਾ ਇਨ ਦਿਸ ਸਿਚੁਏਸ਼ਨ। ਜੀ, ਅਗਲਾ ਸਵਾਲ ਆ ਜੀ ਮੇਰਾ ਫਿਰ ਸਟੂਡੈਂਟਾਂ ਨੂੰ ਲੈ ਕੇ ਹੀ ਆ। ਮੈਂ ਖਬਰ ਦੇਖ ਰਿਹਾ ਸੀਗਾ ਜੀ ਵੀ ਟੋਰਾਂਟੋ ਦੇ ਵਿੱਚ ਰਹਿੰਦੇ ਨਵਜੋਤ ਸਿੰਘ ਨਾਮਕ 17 ਸਾਲਾਂ ਦਾ, ਹਰਿਆਣੇ ਨੂੰ ਬਿਲੋਂਗ ਕਰਦਾ ਜੀ, ਇੰਡੀਆ ਦੇ ਉੱਤੋਂ, ਪਿੱਛੋਂ ਉਹਦੀ ਘਰੇ ਭੇਦ ਭਰੇ ਹਾਲਤਾਂ ਦੇ ਵਿੱਚ ਉਹਦੀ ਡੈਥ ਹੋ ਗਈ ਕਿਉਂਕਿ ਰਾਤ ਨੂੰ ਮਾਪਿਆਂ ਨਾਲ ਗੱਲ ਕਰਦਾ ਸੌਂ ਜਾਂਦਾ। ਕੀ ਹੈਪਨ ਹੋਈ ਇਹ ਤਾਂ ਆਪਾਂ ਨਹੀਂ ਜਾਣਦੇ, ਬਟ ਇਹ ਤੋਂ ਪਹਿਲਾਂ ਵੀ 2 ਜਣੇ ਦੇ ਗੈਂਗਵਾਰ ਦੇ ਵਿੱਚ ਮੇਰੇ ਕੋਲ ਡੈਥ ਹੋ ਗਈ ਹੈ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਜਿਹੜੇ ਮਤਲਬ ਬੱਚੇ ਇੱਥੇ ਪੜ੍ਹਨ ਆਉਂਦੇ ਨੇ, ਮਾਪੇ ਉਹਨਾਂ ਨੂੰ ਇੱਕ ਚੰਗੇ ਭਵਿੱਖ ਲਈ ਭੇਜਦੇ ਆ ਜੀ, ਤੇ ਕਿਤੇ ਨਾ ਕਿਤੇ ਇੱਥੇ ਆ ਕੇ ਕਈ ਵਾਰੀ ਉਹ ਨਜਾਇਜ਼ ਹੀ, ਜਿਵੇਂ ਸਰੀ ਦੇ ਵਿੱਚ ਵੀ ਹੁੰਦਾ, ਗੈਂਗਵਾਰ ਦੀ ਭੇਂਟ ਚੜ ਜਾਂਦੇ ਆ ਜਾਂ ਇਦਾਂ ਦਾ ਕੁਝ ਹੈਪਨ ਹੋ ਜਾਂਦੀ ਆ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਭੁਪਿੰਦਰ ਭਾਜੀ, ਇਹ ਬੜੀ ਮੰਦਭਾਗੀ ਗੱਲ ਹੈਗੀ ਹੈ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ, ਉਹ ਸਾਨੂੰ ਅੱਗ ਲਾਉਣਗੇ, ਉਹਨਾਂ ਨੂੰ ਜਦ ਅਸੀਂ ਉਹਨਾਂ ਦੇ ਫਿਊਨਰਲ ਕਰੀਏ, ਉਹਨਾਂ ਨੂੰ ਅੱਗ ਦਈਏ, ਅਸੀਂ ਕ੍ਰੀਮੇਟ ਕਰੀਏ, ਆਈ ਥਿੰਕ ਇਸ ਤੋਂ ਮਾੜੀ ਚੀਜ਼, ਮਾੜਾ ਦੁੱਖ ਕਿਸੇ ਲਈ ਹੋ ਨਹੀਂ ਸਕਦਾ ਹੈਗਾ। ਇਹਦਾ ਮੈਂ ਹੁਣ ਇਹ ਕਿਸ ਹਾਲਾਤ 'ਚ ਹੋਇਆ ਹੈਗਾ, ਇਹ ਆਲ ਡਿਪੈਂਡਸ ਔਨ ਇਟ। ਪਰ ਆਈ ਥਿੰਕ ਤੁਸੀਂ ਜਿਹੜਾ ਵੱਡਾ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਕਰ ਰਹੇ ਹੋ ਕਿ ਕਿਆ ਬੱਚੇ ਇੱਥੇ ਸੇਫ ਨੇ ਜੀ। ਤੇ ਮੈਂ ਤੁਹਾਨੂੰ ਯਕੀਨ ਦਵਾ ਸਕਦਾ, ਨਹੀਂ, ਬੱਚੇ ਇੱਥੇ ਬਿਲਕੁਲ ਸੇਫ ਨੇ ਜੀ। ਦੇਖੋ, ਘਟਨਾਵਾਂ ਹਰ ਜਗ੍ਹਾ ਹੁੰਦੀਆਂ ਨੇ, ਇੰਡੀਆ 'ਚ ਵੀ ਹੁੰਦੀਆਂ ਨੇ, ਇੱਥੇ ਬਲਕਿ ਬਹੁਤ ਘੱਟ ਹੁੰਦੀਆਂ ਨੇ, ਪਰ 1-2 ਵੀ ਹੋਣੀਆਂ ਮੇਰੇ ਹਿਸਾਬ ਨਾਲ ਬਹੁਤ ਮੰਦਭਾਗੀ ਗੱਲ ਹੈਗੀ ਹੈ। ਆਈ ਡੋਂਟ ਨੋ ਮੈਂ ਇਹਦਾ ਜਵਾਬ ਕਿਸ ਤਰੀਕੇ ਨਾਲ ਦੇਵਾਂ, ਪਰ ਮੈਂ ਇੱਕ ਜੇ ਤੁਹਾਡੇ ਥਰੂ ਰਿਕੁਐਸਟ ਕਰ ਸਕਦਾ ਪੇਰੈਂਟਸ ਨੂੰ, ਮੈਂ ਇਹ ਕਹਾਂਗਾ ਜਿਨ੍ਹਾਂ ਬੱਚਿਆਂ ਨੂੰ ਅਸੀਂ ਜਦ ਜਨਮ ਦਿੰਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਲੱਡੂ ਵੰਡਦੇ ਹਾਂ, ਕਈ ਵਾਰੀ ਅਸੀਂ ਸ਼ਾਰਟ ਸਾਈਟਡ ਹੋ ਜਾਂਦੇ ਹਾਂ। ਮੇਰਾ ਕਹਿਣ ਦਾ ਭਾਵ ਹੈਗਾ ਕਿ ਜੇ ਮੰਨ ਲਓ ਕਿਸੇ ਬੱਚਾ ਤਿਆਰ ਨਹੀਂ ਹੈਗਾ ਆਉਣ ਵਾਸਤੇ ਇੱਥੇ, ਜਾਂ ਤੁਹਾਨੂੰ ਪਤਾ ਹੈ ਕਿ ਬੱਚੇ ਦੀ ਕੋਈ ਸੰਗਤ ਚੰਗੀ ਨਹੀਂ ਸੀਗੀ ਇੰਡੀਆ ਦੇ ਵਿੱਚ, ਔਰ ਤੁਹਾਨੂੰ ਉਸ ਚੀਜ਼ ਬਾਰੇ ਪਤਾ ਹੈਗਾ, ਔਰ ਤੁਹਾਨੂੰ ਜਾਂ ਇਹ ਪਤਾ ਹੈਗਾ ਕਿ ਉਹ ਹੋ ਸਕਦਾ ਹੈ ਉਸ ਸੰਗਤ ਨੂੰ ਕਿਤੇ ਉੱਥੇ ਨਾ ਮਿਲ ਜਾਏ ਇਹੋ ਜਿਹੀ ਸੰਗਤ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਥੋੜਾ ਜਿਹਾ ਇਹ ਸੋਚਣਾ ਚਾਹੀਦਾ ਹੈ ਕਿ ਕੈਨੇਡਾ ਸਵਰਗ ਤੇ ਹੈਗਾ, ਪਰ ਅਸੀਂ ਉਸ ਸਵਰਗ 'ਚ ਤੇ ਆਪਣੇ ਬੱਚਿਆਂ ਨੂੰ ਨਹੀਂ ਨਾ ਭੇਜ ਸਕਦੇ ਜਿਹਦੇ 'ਚ ਜਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈਗਾ, ਭਾਵੇਂ ਉਹ ਕੋਈ ਵੀ ਕਾਰਨ ਹੈਗਾ। ਦੂਸਰੀ ਗੱਲ ਮੈਂ ਤੁਹਾਨੂੰ ਇਹ 'ਚ ਐਡ ਹੋਰ ਕਰਨਾ ਚਾਹੁੰਦਾ ਹੈਗਾ, ਥਰੂ ਯੂ ਆਈ ਵਾਂਟ ਟੂ ਐਕਚੁਅਲੀ, ਆਈ ਵਾਂਟ ਟੂ ਬੈਗ ਟੂ ਦੋਜ਼ ਪੇਰੈਂਟਸ, ਆਈ ਵਾਂਟ ਟੂ ਪਲੀ ਟੂ ਦੋਜ਼ ਆਪਣੇ ਇਮੀਗ੍ਰੇਸ਼ਨ ਏਜੰਟਸ ਨੂੰ ਵੀ ਕਹਿਣਾ ਚਾਹੁੰਦਾ ਹੈਗਾ ਕਿ ਜਦ ਕੋਈ ਵੀ ਬੱਚਾ ਇੱਥੇ ਆਉਣਾ ਚਾਹੁੰਦਾ ਹੈਗਾ, ਇੱਕ ਰਿਸਪੈਕਟਫੁਲ ਰਹਿਣ ਵਾਸਤੇ ਉਹਨੂੰ ਤੁਸੀਂ ਇੱਕ ਪ੍ਰੋਪਰ ਮੈਥ ਕਰੋ, ਜਿਵੇਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈਗੀ ਹੈ,
ਉਹਨੂੰ ਦੇਖੋ ਵੀ ਇੱਥੇ ਰਹਿਣ ਦਾ ਖਰਚਾ ਕਿੰਨਾ ਹੈਗਾ, ਖਾਣ ਦਾ ਖਰਚਾ ਕਿੰਨਾ ਹੈਗਾ, ਉਹਦੀ ਇੰਸ਼ੋਰੈਂਸ ਦਾ ਖਰਚਾ ਕਿੰਨਾ ਹੈਗਾ, ਉਹਦੀ ਇੱਥੇ ਦੀ ਫੀਸ ਕਿੰਨੀ ਹੈਗੀ ਹੈ। ਉਹਨੂੰ ਐਡ ਕਰਕੇ ਉਹਨੂੰ ਇਹ ਦੇਖਿਆ ਜਾਏ ਕਿ ਕਿਆ ਅੱਜ ਦੇ ਦਿਨ ਅਫੋਰਡ ਕਰ ਸਕਦੇ ਨੇ, ਤਾਂ ਕਿ ਜਦੋਂ ਇੱਥੇ ਬੱਚਾ ਆਵੇ ਉਹ ਬੱਚੇ ਨੂੰ ਇਹ ਨਾ ਸੋਚਣਾ ਪਏ ਕਿ ਅੱਜ ਮੇਰੇ ਕੋਲ ਟਿਊਸ਼ਨ ਫੀਸ ਵਾਸਤੇ ਪੈਸੇ ਹੈ ਨਹੀਂ, ਅੱਜ ਮੇਰੇ ਕੋਲ ਵਾਪਸ ਭੇਜਣ ਵਾਸਤੇ ਪੈਸੇ ਹੈ ਨਹੀਂ, ਅੱਜ ਮੇਰੇ ਕੋਲ ਰੋਟੀ ਖਾਣ ਵਾਸਤੇ ਪੈਸੇ ਹੈ ਨਹੀਂ, ਤੇ ਮੈਂ ਕੀ ਕਰਾਂ। ਉਹਨੂੰ ਉਹ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਜਦ ਉਹਨੂੰ ਇੱਥੇ ਬੱਚਾ ਆਏ ਉਹਨੂੰ 3 ਪ੍ਰੈਸ਼ਰ ਹੋਣੇ ਚਾਹੀਦੇ ਨੇ। ਪਹਿਲਾ ਪ੍ਰੈਸ਼ਰ ਹੋਣਾ ਚਾਹੀਦਾ ਕਿ ਵੀ ਮੈਨੂੰ ਮੇਰੇ ਪੇਰੈਂਟਸ ਨੇ ਇੰਨੀ ਮੁਸ਼ਕਿਲ ਨਾਲ ਇੱਥੇ ਭੇਜਿਆ, ਮੈਂ ਉਹਨਾਂ ਦਾ ਸਨਮਾਨ ਵਧਾਉਣਾ ਹੈਗਾ। ਦੂਸਰਾ ਪ੍ਰੈਸ਼ਰ ਇਹ ਹੋਣਾ ਚਾਹੀਦਾ ਕਿ ਮੇਰੀ ਰਿਸਪੌਂਸਿਬਿਲਿਟੀ ਆਪਣੇ ਪ੍ਰਤੀ ਹੈਗੀ ਹੈ, ਮੈਂ ਪੜ੍ਹਾਈ ਕਰਕੇ ਚੰਗੇ ਕੰਮ ਕਰਕੇ ਚੰਗਾ ਸਿਟੀਜ਼ਨ ਬਣ ਕੇ ਪ੍ਰੋਗਰੈਸ ਕਰਨਾ ਚਾਹੁੰਦਾ। ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਮੈਂ ਖੁਦ 2000 ਦੇ ਵਿੱਚ ਇੱਥੇ ਪਹੁੰਚਿਆ ਹੈਗਾ ਵਾਂ ਜੀ, ਤੇ 2017 ਵਿੱਚ ਮੈਂ ਕੈਂਡੀਡੇਟ ਬਣਿਆ ਸੀ, 2018 ਚ ਮੈਂ MLA ਬਣਿਆ ਸੀਗਾ। ਆਪਣੇ ਇੰਡੀਆ ਟਰਮ ਚ ਗੱਲ ਕਰੀਏ ਤੇ ਇਹ ਮੁਲਕ ਸਾਨੂੰ ਇੰਨਾ ਕੁਝ ਦੇ ਦਿੰਦਾ ਹੈਗਾ, 18 ਸਾਲ ਚ ਇੱਕ ਬੰਦੇ ਨੂੰ MPP ਬਣਾ ਦਿੰਦਾ। ਸਾਡੇ ਹੋਰ ਬੜੇ ਇਹੋ ਜਿਹੇ ਐਗਜ਼ਾਮਪਲ ਨੇ, ਲੋਕਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹੈਗੀਆਂ। ਸੋ ਆਪਣੀ ਰਿਸਪੌਂਸਿਬਿਲਿਟੀ ਬੱਚੇ ਨੂੰ ਸੋਚਣਾ ਚਾਹੀਦਾ, ਮੈਂ ਐਡੇ ਸੋਹਣੇ ਮੁਲਕ ਚ ਜਾ ਰਿਹਾ ਜਿਹੜਾ ਦਿਲ ਖੋਲ ਕੇ ਤੁਹਾਡੀ ਸਪੋਰਟ ਕਰਦਾ ਹੈਗਾ। ਐਮ ਆਈ ਡੂਇੰਗ ਮਾਈ ਪਾਰਟ ਟੂ ਇੰਪਰੂਵ ਮਾਈ ਸੈਲਫ। ਤੇ ਤੀਸਰੀ ਚੀਜ਼ ਚਾਹੀਦੀ ਹੈਗੀ ਹੈ ਕਿ ਜਦ ਮੈਂ ਇਸ ਘਰ ਚ ਆ ਗਿਆ, ਮੈਂ ਇਸ ਘਰ ਦੇ ਲਾਜ਼ ਨੂੰ ਮੰਨ ਕੇ, ਇਸ ਜ਼ਮੀਨ ਦੇ ਨੂੰ ਆਪਣਾ ਕੰਟਰੀ ਮੰਨ ਕੇ, ਆਪਣਾ ਘਰ ਮੰਨ ਕੇ ਇੱਥੇ ਵੈਲਿਊ ਐਡੀਸ਼ਨ ਕਰਾਂ। ਸੋ ਅਗੇਨ ਥਰੂ ਯੂ ਜੀ, ਪੇਰੈਂਟਸ ਨੂੰ ਰਿਕੁਐਸਟ ਹੈ, ਬੱਚੇ ਨੂੰ ਭੇਜਣ ਤੋਂ ਪਹਿਲਾਂ ਆਪਣੀ ਡਿਊਟੀ ਪੂਰੀ ਕਰਨ, ਚੈੱਕ ਕਰਨ, ਉਹਦੇ ਕੋਲ ਕੋਈ ਇਹੋ ਜਿਹੀ ਕਮੀ ਨਾ ਹੋਵੇ ਕਿ ਉਹਨੂੰ ਇਹ 3 ਚੀਜ਼ਾਂ ਤੋਂ ਬਾਹਰ ਕੁਝ ਵੀ ਸੋਚਣਾ ਪਏ। ਇਮੀਗ੍ਰੇਸ਼ਨ ਕੰਸਲਟੈਂਟ ਨੂੰ ਮੈਂ ਰਿਕੁਐਸਟ ਕਰਦਾ ਕਿ ਪਲੀਜ਼ ਇਸ ਕਰਕੇ ਨਾ ਕਿਸੇ ਨੂੰ ਭੇਜੋ ਕਿ ਤੁਹਾਨੂੰ ਉਹਦੇ ਚ ਕੁਝ ਪਰਸੈਂਟੇਜ ਮਿਲਣੀ ਹੈ, ਕਿਉਂਕਿ ਐਟ ਦੀ ਐਂਡ ਦੇ ਵਿੱਚ ਪਰਮਾਤਮਾ ਨੇ ਤੁਹਾਡੇ ਨੂੰ ਸਾਰਿਆਂ ਨੂੰ ਲਿਖਿਆ ਹੋਇਆ ਕਿ ਤੁਹਾਨੂੰ ਕੀ ਬਰਕਤ ਮਿਲਣੀ ਹੈਗੀ ਹੈ। ਜਦ ਆਪਾਂ ਚੰਗੇ ਕੰਮ ਕਰਾਂਗੇ ਯੂ ਵਿਲ ਸੀ ਉਹਨੇ ਤੋਂ ਜ਼ਿਆਦਾ ਨੰਬਰ ਆਣਗੇ ਤੁਹਾਡੇ ਕੋਲ ਬੱਚਿਆਂ ਦੇ, ਉਸ ਤੋਂ ਜ਼ਿਆਦਾ ਤੁਹਾਡੀ ਕਮਾਈ ਹੋਏਗੀ। ਸੋ ਆਈ ਥਿੰਕ ਕਿਤੇ ਨਾ ਕਿਤੇ ਜਿਹੜੀ ਮੈਨੂੰ ਇਹ ਲੱਗਦੀ ਹੈਗੀ ਹੈ ਕਿ ਅਗਰ ਇਹ 2 ਚੀਜ਼ਾਂ ਹੋ ਜਾਣ, you will not see kids going into gang war। ਮੈਂ ਇਹੋ ਜਿਹੀ ਐਗਜ਼ਾਮਪਲ ਸੁਣੀਆਂ ਨੇ ਵੀਰ ਜੀ ਕਿ ਇੱਥੋਂ ਗਰਲਸ ਜਿਹੜੀਆਂ ਆਪਣੇ ਉੱਥੋਂ ਗਰਲਸ ਆ ਜਾਂਦੀਆਂ ਨੇ, ਉਹਨਾਂ ਵਿਚਾਰੀਆਂ ਕੋਲ ਜੌਬ ਨਹੀਂ ਹੁੰਦੀ, ਉਹਨਾਂ ਵਿਚਾਰੀਆਂ ਕੋਲ ਰੋਟੀ ਨਹੀਂ ਹੁੰਦੀ, ਉਹਨਾਂ ਵਿਚਾਰੀਆਂ ਕੋਲ ਜਗ੍ਹਾ ਰਹਿਣ ਨੂੰ ਨਹੀਂ ਹੁੰਦੀ, ਫਿਰ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈਗਾ। ਇਹ ਬਹੁਤ ਮੰਦਭਾਗੀ ਗੱਲ ਹੈਗੀ ਹੈ। ਆਪਣੀ ਧੀ ਨੂੰ ਅਸੀਂ ਲక్ష్ਮੀ ਕਹਿੰਦੇ ਆ, ਉਹ ਲక్ష్ਮੀ ਨੂੰ ਕੰਪਰੋਮਾਈਜ਼ ਕਰਨਾ ਪਏ, ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ। ਸੋ ਅਗੇਨ ਤੁਸੀਂ ਅਗਲਾ ਕੁਐਸਚਨ ਪੁੱਛੋ, ਉਸ ਤੋਂ ਪਹਿਲਾਂ ਮੈਂ ਫੇਰ ਕਹਾਂਗਾ ਇਟ ਇਜ਼ ਅ ਵੈਰੀ ਸੇਫ ਪਲੇਸ। There is nothing wrong in here. There is a lot of opportunities, but at the same time it is our responsibility as a community to make sure कि बच्चे ਨੂੰ ਕੋਈ ਐਸੀ ਸਟ੍ਰੈਸ ਨਾ ਹੋਵੇ ਜਿਹਦੇ ਨਾਲ ਉਹ ਗਲਤ ਰਸਤੇ ਤੇ ਚਲਾ ਜਾਏ। ਜੀ ਭੁਪਿੰਦਰ ਜੀ। ਅਗਲਾ ਸਵਾਲ ਮੇਰਾ ਜੀ ਲੈ ਕੇ ਜਿਹੜੇ NRIs ਕੈਨੇਡਾ ਤੋਂ ਇੰਡੀਆ ਆਏ ਸੀਗੇ ਉਹਨਾਂ ਦਾ ਇੱਥੋਂ ਜਾਣ ਦਾ, ਕਿਉਂਕਿ ਜਿਹੜਾ ਇਹ ਕਰੋਨਾ ਵਾਇਰਸ ਦੇ ਕਰਕੇ ਇੱਥੇ ਜਿਹੜੇ ਰਹਿ ਚੁੱਕੇ ਆ, ਜਿਨ੍ਹਾਂ ਨੂੰ ਆਪਣੇ ਇੱਥੋਂ ਜਾਣਾ ਬਿਲਕੁਲ ਹੀ ਮਤਲਬ ਇੰਪੋਸੀਬਲ ਹੋ ਗਿਆ ਸੀ, ਕਿਉਂਕਿ ਫਲਾਈਟਸ ਬੰਦ ਹੋ ਗਈਆਂ, ਜਾਣ ਆਉਣ ਬੰਦ ਹੋ ਗਿਆ। ਉਹਨਾਂ ਦੇ ਬਾਅਦ 'ਚ ਇੱਕ ਅਰੇਂਜ ਕੀਤਾ ਗਿਆ ਸੀ ਜੀ ਉਹਨਾਂ ਲਈ, ਕੁਛ ਕੈਨੇਡੀਅਨ ਗਵਰਨਮੈਂਟ ਕੰਨਿਓ ਵੀ ਅਰੇਂਜ ਕੀਤਾ ਗਿਆ ਸੀ, ਉਹ ਫਲਾਈਟਾਂ ਜਾ ਵੀ ਰਹੀਆਂ ਨੇ। ਪਰ ਇੱਕ ਪ੍ਰਾਈਵੇਟ ਕਿਸੇ ਨੇ NGO ਦੇ ਥਰੂ ਕੀਤਾ ਸੀ, ਕਿਉਂਕਿ 2900 ਟਿਕਟ ਰੱਖੀ ਸੀ ਜੀ ਕੈਨੇਡੀਅਨ 에ਅਰਲਾਈਨ, ਜੋ ਅੱਜ ਦੇ ਵੀ ਰਹੇ ਨੇ। ਔਰ $800 ਕੁਛ ਟੈਕਸੀ ਦਾ ਮਤਲਬ ਕਿਰਾਇਆ ਹੈਗਾ ਜੀ, ਜਿਵੇਂ ਜਲੰਧਰ ਤੋਂ ਆਪਾਂ ਦਿੱਲੀ ਤੱਕ ਦਾ ਜੇ ਇੱਕ ਅਪਰੋਕਸੀਮੇਟ ਆਪਾਂ ਲਾਈਏ, ਉਹਨਾਂ ਨੇ ਕੁਛ 8 ਫਲਾਈਟਾਂ ਦਾ ਅਰੇਂਜ ਕੀਤਾ ਜਿਹਦੇ ਚ $2000 ਦੀ ਟਿਕਟ ਰੱਖੀ ਗਈ ਸੀ ਜੀ। ਔਰ ਉਹ ਫਲਾਈਟਾਂ ਜਿਹੜੀਆਂ ਅੱਜ ਕੱਲ੍ਹ ਦੇ ਵਿੱਚ ਜਾਣ ਵਾਲੀਆਂ ਸੀ, ਉਹਨਾਂ ਦੇ ਕਹਿਣ ਮੁਤਾਬਕ ਵੀ ਕੈਨੇਡੀਅਨਸ MPs ਨੇ ਮਿਲ ਕੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਇੱਕ ਮੇਲ ਭੇਜੀ ਵੀ ਇਹ ਸੇਫ ਨਹੀਂ ਹੈ, ਇਹ ਜੀ ਨਹੀਂ ਜਾਣੀਆਂ ਚਾਹੀਦੀਆਂ। ਉਹਦੇ ਕਾਰਨ ਇਹ ਬਿਲਕੁਲ ਹੀ ਮਤਲਬ ਬੰਦ ਕਰ ਦਿੱਤੀਆਂ ਗਈਆਂ। ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਵੀ ਜਿਹੜੀਆਂ ਫਲਾਈਟਸ ਇਹਨਾਂ ਦੀਆਂ ਮਤਲਬ ਕੈਨੇਡੀਅਨ ਗਵਰਨਮੈਂਟ ਜਿਹੜੀ ਅਰੇਂਜ ਕਰ ਰਹੀ ਹੈ, ਉਹ ਵੀ ਬਾਇਆ ਲੰਡਨ ਜਾ ਰਹੀਆਂ, ਬਾਇਆ ਯੂਰਪ ਜਾ ਰਹੀਆਂ, ਉਹ ਵੀ ਕਿਉਂਕਿ ਸੇਮ ਫਲਾਈਟਾਂ ਹੀ ਸੀਗੀਆਂ, ਉਹ ਕਹਿੰਦੇ ਵੀ ਉਹ ਕਿੱਥੇ ਤੱਕ ਸੇਫ ਨੇ, ਇਹਦੇ ਬਾਰੇ ਦੱਸੋ। ਭੁਪਿੰਦਰ ਭਾਜੀ, ਮੈਂ ਜ਼ਰੂਰ ਇਹ ਸੁਣਨ ਚ ਮੈਨੂੰ ਵੀ ਖਬਰ ਆਈ ਹੈਗੀ, ਮੇਰੇ ਕੋਲ ਕੰਕਰੀਟ ਨਹੀਂ ਪਤਾ। ਅਗੇਨ ਇਟ ਇਜ਼ ਅ ਫੈਡਰਲ ਇਸ਼ੂ, MPs ਨੇ ਲਿਖਿਆ ਜਾਂ ਨਹੀਂ ਲਿਖਿਆ ਇਹਦਾ ਪ੍ਰੂਫ ਮੇਰੇ ਕੋਲ ਤਾਂ ਨਹੀਂ ਹੈਗਾ।
ਔਰ ਦੂਸਰੀ ਗੱਲ ਮੈਂ ਇਹ ਜ਼ਰੂਰ ਕਹਾਂਗਾ, ਐਟ ਦੀ ਐਂਡ ਆਫ ਦ ਡੇ ਅਸੀਂ ਵੀ ਉਸੇ ਕਮਿਊਨਿਟੀ 'ਚ ਵਿਚਰਦੇ ਹੈਗੇ ਹਾਂ ਐਜ਼ ਹਿਊਮਨ ਬੀਇੰਗ, ਭਾਵੇਂ ਅਸੀਂ ਐਮਪੀਪੀ ਹਾਂ ਐਮਪੀ, ਪਰ ਉਸ ਤੋਂ ਪਹਿਲਾਂ ਤਾਂ ਅਸੀਂ ਇਨਸਾਨ ਹੀ ਹੈਗੇ ਨਾ। ਸਾਡੇ ਵੀ ਭੈਣ ਭਰਾ ਨੇ, ਸਾਡੇ ਵੀ ਪੇਰੈਂਟਸ ਨੇ, ਸਾਡੇ ਵੀ ਬੱਚੇ ਨੇ, ਔਰ ਸਾਡੇ ਵੀ ਰਿਲੇਟਿਵ ਨੇ ਜਿਹੜੇ ਇੰਡੀਆ 'ਚ ਸਟੈਂਡਰਡ ਨੇ। ਸੋ ਆਈ ਡੋਂਟ ਨੋ ਇਹ ਕਿੰਨਾ ਕੇਸ 'ਚ ਸੱਚਾਈ ਹੈ, ਕਿੰਨਾ ਨਹੀਂ ਹੈਗੀ ਸੱਚਾਈ, ਮੈਨੂੰ ਇਹ ਵੀ ਨਹੀਂ ਪਤਾ। ਸੋ ਆਈ ਵੁੱਡ ਸੇ ਕਿ ਕਿਤੇ ਨਾ ਕਿਤੇ ਜਿਹੜੀ ਜ਼ਰੂਰਤ ਹੈਗੀ ਹੈ ਉਹ ਇਹ ਹੈਗੀ ਕਿ ਵੀ ਨੀਡ ਟੂ ਡੂ ਮੋਰ, we need to have more flights coming in, and we keep pressurizing our ਅਸੀਂ ਇਹਨਾਂ ਨੂੰ ਕਹਿੰਦੇ ਨੇ ਜੀ ਆਪਣੇ ਕਜ਼ਨ, ਵੱਡੇ ਕਜ਼ਨ ਕਹਿੰਦੇ ਹੁੰਦੇ ਆ ਜੀ ਜਿਹੜੇ ਇੱਥੇ ਐਮਪੀ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਹੈਗੇ। ਬਲਕਿ ਇਨਫੈਕਟ ਆਈ ਹੈਵ ਰੀਚਡ ਆਊਟ ਟੂ ਅ ਲੋਕਲ ਐਮਪੀ ਦਿਸ ਮਾਰਨਿੰਗ, ਮੈਂ ਉਹਨਾਂ ਨੂੰ ਇੱਕ ਮੈਸੇਜ ਵੀ ਪਾਇਆ ਹੈਗਾ। ਮੈਂ ਕਿਹਾ ਕਿ ਜੀ ਆਲਦੋ ਇਟ ਇਜ਼ ਅ ਫੈਡਰਲ ਇਸ਼ੂ, ਅਸੀਂ ਇਹ ਚਾਹੁੰਦੇ ਨਹੀਂ ਹੈਗੇ ਕਿ ਅਸੀਂ ਆਪਣਾ ਇਹ ਜੀ ਅਸੀਂ ਕੁਝ ਕਰਨਾ ਚਾਹੁੰਦੇ ਹਾਂ, ਪਰ ਅਸੀਂ ਐਟ ਦ ਐਂਡ ਆਫ ਦ ਡੇ we want to participate and we want to support you। so ਆਉਂਦੇ ਦਿਨਾਂ 'ਚ ਉਮੀਦ ਹੈਗੀ ਹੈ, ਹੋ ਸਕਦਾ ਹੈ ਅਸੀਂ we will contribute to that, ਜੋ ਵੀ ਉਹ ਕਹਿਣਗੇ ਸਾਡੀ ਸਪੋਰਟ ਹੋਏਗੀ। we have all relatives and connection, in fact ਮੈਂ ਪਿਛਲੇ ਵੀ 2-3 ਇੰਟਰਵਿਊ ਜਿਹੜੀਆਂ ਦਿੱਤੀਆਂ ਨੇ ਇੰਡੀਆ ਦੇ ਵਿੱਚ, ਉਹਨਾਂ ਨੂੰ ਬਾਰ-ਬਾਰ ਸਾਰਿਆਂ ਨੂੰ ਇਹ ਕਿਹਾ ਹੈਗਾ ਕਿ ਕੋਈ ਵੀ ਅਗਰ ਸਾਡਾ ਕੈਨੇਡੀਅਨ ਭੈਣ ਭਰਾ ਇੰਡੀਆ ਵਿੱਚ ਸਟਕ ਹੈਗਾ, ਉਹ they can reach out to me, they can reach out to our office। ਅਸੀਂ ਇਹ ਨਹੀਂ ਗਰੰਟੀ ਦਿੰਦੇ ਵੀ ਅਸੀਂ ਤੁਹਾਨੂੰ ਦੀ ਪ੍ਰੋਬਲਮ ਸੋਲਵ ਕਰ ਦਾਂਗੇ, ਪਰ ਇਹ ਜ਼ਰੂਰ ਗਰੰਟੀ ਦਿੰਦੇ ਹਾਂ ਕਿ we will work 100% to contribute to solving the problem। so happy to do that ਜੀ। ਸੋ ਦੀਪਕ ਜੀ, ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਜੀ, ਕਿਉਂਕਿ ਘੜੀ ਦੀਆਂ ਸੂਈਆਂ ਤੁਹਾਨੂੰ ਪਤਾ ਟਿਕ ਟਿਕ ਟਿਕ, ਤੁਸੀਂ ਵੀ ਬਿਜ਼ੀ ਹੋ। ਸੋ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਤੁਸੀਂ ਸਾਨੂੰ ਟਾਈਮ ਦਿੱਤਾ। ਸੋ ਡੇਲੀ ਪੋਸਟ ਕੰਨਿਓ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅਤੇ ਨਾਲ ਹੀ ਜੇ ਤੁਸੀਂ ਆਪਣੇ ਕੰਨਿਓ ਕੋਈ ਅਪੀਲ ਕਰਨੀ ਚਾਹੋ ਇਸ ਮਹਾਂਮਾਰੀ ਦੇ ਵਿੱਚ ਜੋ ਇੱਥੇ ਫਸੇ ਹੋਏ ਲੋਕਾਂ ਲਈ, ਜਾਂ ਉਹ ਮਾਪਿਆਂ ਲਈ ਜਿਹੜੇ ਆਪਣੇ ਬੱਚਿਆਂ ਨੇ ਜਿਨ੍ਹਾਂ ਨੂੰ ਉੱਥੇ ਭੇਜਿਆ ਹੋਇਆ ਉਹ ਵਰੀਡ ਨੇ, ਉਹਨਾਂ ਦੇ ਲਈ, ਉਹਨਾਂ ਲਈ ਜੇ ਤੁਸੀਂ ਕੁਛ ਅਪੀਲ ਕਰਨਾ ਚਾਹੋ ਆਪਣੇ ਕੰਨਿਓ। ਬਿਲਕੁਲ ਭੁਪਿੰਦਰ ਭਾਜੀ, ਅਸੀਂ ਐਜ਼ ਅ ਕਮਿਊਨਿਟੀ ਦਿਸ ਇਜ਼ ਆਵਰ ਰਿਸਪੋਂਸਿਬਿਲਿਟੀ ਟੂ ਵਰਕ ਟੁਗੈਦਰ। ਮੇਰੀ ਬਸ ਸਿਰਫ ਇਹੀ ਅਪੀਲ ਹੈਗੀ ਹੈ ਕਿ ਦੇਖੋ ਇਹ ਔਖੀ ਘੜੀ ਹੈਗੀ ਹੈ, ਆਪਾਂ ਇਸ ਦੇ ਵਿੱਚੋਂ ਜਿੰਨਾ ਅਸੀਂ ਗਵਰਨਮੈਂਟ ਨੂੰ, ਕਮਿਊਨਿਟੀ ਨੂੰ, ਫੈਮਿਲੀ ਨੂੰ ਸਪੋਰਟ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈਗਾ। ਇੱਥੇ ਜਿਹੜੀ ਬਹੁਤ ਵੱਡੀ ਗੱਲ ਦੇਖਣ 'ਚ ਸਾਹਮਣੇ ਆਈ ਹੈ ਭੁਪਿੰਦਰ ਭਾਜੀ, ਉਹ ਵਲੰਟੀਅਰਿਜ਼ਮ ਆਈ ਹੈਗੀ ਹੈ। ਮੈਨੂੰ ਪਤਾ ਇੰਡੀਆ 'ਚ ਵੀ ਮੈਂ ਬਹੁਤ ਸੁਣ ਰਿਹਾ ਲੋਕਾਂ ਨੇ ਬਹੁਤ ਵੱਡੇ ਵੱਡੇ ਦਾਨ ਦਿੱਤੇ ਨੇ, ਪਰ ਇਹ ਜਿਹੜੇ ਦਾਨ ਨੇ ਜਾਂ ਇਹ ਜਿਹੜੇ ਵਲੰਟੀਅਰ ਵਰਕ ਹੈਗਾ, ਮੈਂ ਹਮੇਸ਼ਾ ਇਹ ਸ਼ੁਰੂ ਤੋਂ ਕਹਿੰਦਾ ਆਇਆ ਹੈਗਾ ਕਿ ਜਿਹੜੀ ਤਾਕਤ ਹੈਗੀ ਉਹ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਹੈ ਲੋਕਾਂ ਕੋਲ ਹੁੰਦੀ ਹੈਗੀ ਹੈ। ਔਰ ਇਹ ਕੋਈ ਰਿਸਪੋਂਸਿਬਿਲਿਟੀ ਐਮਐਲਏ, ਐਮਪੀਪੀ ਜਾਂ ਕਾਉਂਸਲਰਸ ਦੀ ਨਹੀਂ ਹੈਗੀ ਖਾਲੀ ਕਿ ਵੀ ਉਹਨਾਂ ਨੇ ਵਲੰਟੀਅਰਿਜ਼ਮ ਕਰਨੀ ਹੈਗੀ। ਆਈ ਥਿੰਕ ਮੇਰਾ ਮੰਨਣਾ ਹੈਗਾ ਕਿ ਹਰ ਇਨਸਾਨ ਨੂੰ ਕਹਿਣਾ ਚਾਹੀਦਾ ਕਿ ਰੋਜ਼ ਮੈਂ 1 ਘੰਟਾ, ਪਤਾ ਨਹੀਂ ਐਕਸਪੈਕਟ ਕਰ ਰਿਹਾ, ਹਰ ਰੋਜ਼ ਮੈਂ ਇਹ ਕਹਿਣਾ ਹੈਗਾ ਕਿ ਮੈਂ 1 ਘੰਟਾ ਕੱਢ ਕੇ ਕਮਿਊਨਿਟੀ ਦੀ ਸਰਵਿਸ ਕਰਨੀ ਹੈਗੀ ਹੈ। ਭਾਵੇਂ ਉਹ ਫੋਨ ਚੱਕ ਕੇ ਜਿਹੜੇ ਸੀਨੀਅਰ ਨੇ, ਇਕੱਲੇ ਸੀਨੀਅਰ ਨੇ, ਆਈਸੋਲੇਟਿਡ ਸੀਨੀਅਰਸ ਨੇ, ਉਹਨਾਂ ਨੂੰ ਫੋਨ ਕਰਕੇ ਹਾਲ ਚਾਲ ਪੁੱਛਣਾ ਹੈਗਾ, ਭਾਵੇਂ ਉਹਨਾਂ ਨੂੰ ਰੋਟੀ ਪਹੁੰਚਾਉਣੀ ਹੈਗੀ ਹੈ, ਜਾਂ ਹੌਸਪੀਟਲਾਂ ਦੇ ਵਿੱਚ ਅਗਰ ਵਲੰਟੀਅਰਿਜ਼ਮ ਕਰ ਸਕਦੇ ਹੈਗੇ ਜਾਂ ਬੱਚਿਆਂ ਨੂੰ ਇਨਵੋਲਵ ਕਰ ਸਕਦੇ ਹਾਂ। ਸੋ ਐਨੀਥਿੰਗ ਦੈਟ ਵੀ ਕੈਨ ਡੂ, I would say ਕਿ this is the most beautiful part which I have seen in Canada, ਕਿ ਅਸੀਂ ਇੱਥੇ ਸਾਰੇ ਦੇ ਸਾਰੇ ਆਮ ਇਨਸਾਨ, ਲੀਡਰਸ ਨਹੀਂ, ਆਮ ਇਨਸਾਨ ਬਹੁਤ ਵਲੰਟੀਅਰ ਵਰਕ ਕਰਦਾ ਹੈਗਾ, ਔਰ ਸ਼ਾਇਦ ਇਸੀ ਕਰਕੇ ਇਹ ਸਵਰਗ ਹੈਗਾ। ਸੋ ਇਹੀ ਰਿਕੁਐਸਟ ਹੈਗੀ ਕਿ ਆਪਣੇ ਤਾਂ ਕਲਚਰ 'ਚ, ਆਪਣੇ ਤਾਂ ਰਿਲੀਜਨ 'ਚ ਵੀ ਇਹੀ ਬਹੁਤ ਵਲੰਟੀਅਰਿਜ਼ਮ ਨੂੰ ਮਹੱਤਵਤਾ ਦਿੱਤੀ ਗਈ ਹੈਗੀ ਹੈ। ਥਰੂ ਯੂ ਆਈ ਵੁੱਡ ਸੇ ਐਵਰੀਵਨ, ਆਈ ਵੁੱਡ ਚੈਲੰਜ ਦੈਮ ਕਿ 1 ਘੰਟਾ ਪੁਸ਼ ਕਰਕੇ ਆਪਾਂ ਵਲੰਟੀਅਰਿਜ਼ਮ ਕਰੀਏ। ਜਦ ਅਸੀਂ ਕਰਾਂਗੇ ਤਾਂ ਸਾਡੇ ਬੱਚੇ ਵੀ ਉਸ ਰਸਤੇ 'ਤੇ ਚੱਲਣਗੇ, ਤੇ ਯਕੀਨ ਮੰਨਾਂਗੇ ਕਿ ਆਪਣੇ ਬੱਚੇ ਸਾਡੇ ਤੋਂ ਅੱਗੇ ਵਧਣਗੇ। ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਭਾਜੀ। ਸੋ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰਨ ਲਈ ਜੀ ਤੁਹਾਡਾ ਸ਼ੁਕਰੀਆ ਜੀ। ਥੈਂਕ ਯੂ ਸੋ ਮਚ। ਆਲਵੇਜ਼ ਅ ਪਲੇਜ਼ਰ। ਸੋ ਇਹ ਸਨ ਐਮਪੀਪੀ ਦੀਪਕ ਆਨੰਦ, ਜਿਨ੍ਹਾਂ ਨੇ ਸਾਨੂੰ ਕੈਨੇਡਾ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੋ ਉਮੀਦ ਹੈ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਸੋ ਕੈਮਰਾਮੈਨ ਦੇਸ਼ਰਾਜ ਆਸ਼ੂ ਜੀ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ, ਲੁਧਿਆਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ, ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।